यीशु बुला रहा, तेरा नाम ले लेकर तुझे यीशु बुला रहा। Chapter 5 verse 17 5 ਦੀ 17 ਪਹਿਲਾ ਥੈਸਲੋਨੀਕੀਆਂ ਦੀ ਪੱਤਰੀ ਪਹਿਲਾ ਥੈਸਲੋਨੀਕੀਆਂ 5 ਦੀ 17 ਹਾਂ ਹੁਣ ਪੜੋ ਇਹਨੂੰ। ਨਿਤ ਪ੍ਰਾਰਥਨਾ ਕਰੋ। ਨਿਤ ਕੀ ਕਰੋ? ਪ੍ਰਾਰਥਨਾ ਕਰੋ। ਹਰ ਰੋਜ਼ ਬਾਈਬਲ 'ਚ ਲਿਖਿਆ ਹਰ ਰੋਜ਼ ਪ੍ਰਾਰਥਨਾ ਕਰੋ। ਕੰਟੀਨਿਊ ਪ੍ਰੇਅਰ ਕਰਨੀ ਆ ਹਰ ਵਕਤ ਰੋਜ਼ ਪ੍ਰੇਅਰ ਕਰੋ। ਇਹ ਪਰਮੇਸ਼ਵਰ ਦੀ ਵਚਨ ਦੇ ਵਿੱਚੋਂ ਮੰਨਣ ਵਾਲਿਆਂ ਨੂੰ ਇੱਕ ਹਦਾਇਤ ਆ ਕਿ ਐਵਰੀ ਡੇ ਹਰ ਰੋਜ਼ ਨਿਤ ਪ੍ਰਾਰਥਨਾ ਕਰਨੀ। ਜਿਹੜੇ ਲੋਕ ਨਿਰਾਸ਼ ਹੋ ਜਾਂਦੇ ਹਨ, ਜਿਹੜੇ ਲੋਕ ਕਈਆਂ ਗੱਲਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ, ਉਹ ਇਹ ਸੋਚਦੇ ਆ ਕਿ ਮੇਰਾ ਦੁਆ ਕਰਨ ਨੂੰ ਮਨ ਨਹੀਂ ਕਰਦਾ, ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ, ਮੈਨੂੰ ਕੁਝ ਮਿਲਿਆ ਨਹੀਂ, ਮੈਂ ਤਾਂ ਹਜੇ ਤੱਕ ਬਿਮਾਰ ਹਾਂ, ਮੈਂ ਹਜੇ ਤੱਕ ਇਸ ਚੀਜ਼ ਨੂੰ ਚਾਹੁੰਦਾ, ਮੈਨੂੰ ਚੀਜ਼ ਮਿਲੀ ਨਹੀਂ। ਘਬਰਾਈਏਗਾ ਨਹੀਂ, ਨਿਰਾਸ਼ ਨਾ ਹੋਵੋ, ਹਤਾਸ਼ ਨਾ ਹੋਵੋ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪਵਿੱਤਰ ਕਲਾਮ ਦੱਸਦਾ ਕਿ ਨਿਤ ਕੀ ਕਰੋ? ਪ੍ਰਾਰਥਨਾ ਕਰੋ। ਇੰਗਲਿਸ਼ ਲਿਖਿਆ ਪ੍ਰੇ ਕੰਟੀਨਿਊਸਲੀ ਕੰਟੀਨਿਊਸਲੀ ਤੁਸੀਂ ਪ੍ਰੇਅਰ ਕਰੋ ਤਾਂ ਕਿ ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਪਰਮੇਸ਼ਵਰ ਦੇ ਹਜ਼ੂਰ ਪਹੁੰਚਦੀ ਆ। ਬੋਲੋ ਹਾਲੇਲੂਇਆ। ਘਬਰਾਓ ਨਾ, ਪਰੇਸ਼ਾਨ ਨਾ ਹੋਵੋ, ਆਪਣੀ ਦੁਆ ਕਰਨੀ ਨਾ ਛੱਡੋ, ਪ੍ਰਾਰਥਨਾ ਕਰਨਾ ਨਾ ਛੱਡੋ, ਕਿਉਂਕਿ ਪ੍ਰਾਰਥਨਾ ਵਿੱਚ ਤੁਸੀਂ ਬੈਠੋਗੇ ਤਾਂ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਉੱਤੇ ਉਤਰੇਗੀ ਔਰ ਪਰਮੇਸ਼ਵਰ ਤੁਹਾਡੇ ਕੋਲੋਂ ਤੁਹਾਡੀਆਂ ਗੱਲਾਂ ਸੁਣ ਕੇ, ਮੁਸ਼ਕਿਲਾਂ ਸੁਣ ਕੇ ਉੱਤਰ ਦੇਣਗੇ। ਤੁਸੀਂ ਦੇਖੋ ਕਦੀ ਜਦੋਂ ਬਾਈਬਲ ਪੜ੍ਹਦੇ ਆ ਬਹੁਤ ਸਾਰੇ ਬਿਮਾਰ ਪ੍ਰਭੂ ਯਿਸੂ ਮਸੀਹ ਕੋਲ ਆਏ। ਬਾਈਬਲ 'ਚ ਲਿਖਿਆ ਉਹ ਦਿਲਾਂ ਦੀਆਂ ਗੱਲਾਂ ਵੀ ਪਰਮੇਸ਼ਵਰ ਜਾਣਦਾ ਹੈ, ਪਰ ਫਿਰ ਵੀ ਉਹ ਪੁੱਛਦੇ ਰਹੇ ਤੂੰ ਕੀ ਚਾਹੁੰਦਾ ਹੈ? What you want? ਤੂੰ ਕੀ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂ? ਉਹ ਕਹਿੰਦਾ ਮੈਂ ਸਜਾਖਾ ਹੋਣਾ ਚਾਹੁੰਦਾ। ਕਹਿੰਦਾ ਜਾ ਚੰਗਾ ਹੋ ਜਾ। ਉਹ ਕਹਿੰਦਾ ਮੈਂ ਕੋੜ ਤੋਂ ਆਜ਼ਾਦ ਹੋਣਾ ਚਾਹੁੰਦਾ। ਕੋਈ ਕਹਿੰਦਾ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋਣਾ ਚਾਹੁੰਦਾ। ਕੋਈ ਕਹਿੰਦਾ ਮੇਰਾ ਬੱਚਾ ਚੰਗਾ ਹੋ ਜਾਏ। ਕੋਈ ਕਹਿੰਦਾ ਮੇਰਾ ਨੌਕਰ ਚੰਗਾ ਹੋ ਜਾਏ। ਪ੍ਰਭੂ ਪੁੱਛਦੇ ਆ ਤੁਸੀਂ ਕੀ ਚਾਹੁੰਦੇ? ਹਾਲਾਂਕਿ ਪ੍ਰਭੂ ਯਿਸੂ ਮਸੀਹ ਨੂੰ ਪਤਾ ਵੀ ਹੈ ਕਿ ਕਿਹੜੀ ਪ੍ਰੋਬਲਮ ਦੇ ਨਾਲ ਇੱਥੇ ਖੜੇ ਆ, ਕਿਹੜੀ ਫਰਿਆਦ ਲੈ ਕੇ ਆਏ ਆ, ਕਿਹੜੀ ਦੁਆ ਕਰਵਾਉਣਾ ਚਾਹੁੰਦੇ ਆ, ਕਿਹੜੀ ਚੰਗਿਆਈ ਮੇਰੇ ਕੋਲ ਚਾਹੁੰਦੇ ਆ, ਕੀ ਚਾਹੁੰਦੇ ਆ, ਇਹ ਪ੍ਰਭੂ ਯਿਸੂ ਮਸੀਹ ਨੂੰ ਪਤਾ ਵੀ ਆ। ਪਰ ਫਿਰ ਵੀ ਪ੍ਰਭੂ ਉਹਦੇ ਮੂੰਹੋਂ ਸੁਣਨਾ ਚਾਹੁੰਦੇ, ਕਿਉਂਕਿ ਪ੍ਰਭੂ ਯਿਸੂ ਮਸੀਹ ਚਾਹੁੰਦੇ ਆ ਕਿ ਮੇਰੇ ਬੇਟੇ ਬੇਟੀਆਂ ਹਰ ਰੋਜ਼ ਕੀ ਕਰਨ? ਹਰ ਰੋਜ਼। ਨਿਤ ਨੂੰ ਕੀ ਸਮਝਿਆ ਜਾਂਦਾ? ਨਿਤ ਮਤਲਬ ਐਵਰੀ ਡੇ, ਹਰ ਰੋਜ਼ ਨਿਤ ਪ੍ਰਾਰਥਨਾ ਕਰੋ। ਤੇ ਅੱਜ ਕੀ ਹੋ ਗਈ ਆ ਪ੍ਰਾਰਥਨਾ? ਕਦੀ ਕਤਾਈ। ਅੱਜ ਪ੍ਰਾਰਥਨਾ ਕਦੀ ਕਤਾਈ। ਤਦੇ ਤਾਂ ਸਾਡੇ ਆਣ ਕੇ ਅੜਚਨ ਆਉਂਦੀ ਆ, ਤਦੇ ਸਾਡੇ ਮੁਸ਼ਕਿਲ ਪੈਦਾ ਹੁੰਦੀ ਆ। ਉੱਥੇ ਲਿਖਿਆ ਨਿਤ ਕੀ ਕਰੋ? ਪ੍ਰਾਰਥਨਾ। ਨਿਤ ਹਰ ਰੋਜ਼ ਪ੍ਰੇਅਰ ਕਰੋ। ਤੇ ਤੁਹਾਡੀ ਪ੍ਰਾਰਥਨਾ ਕਿੱਦਾਂ ਹੈ ਇਹ ਤੁਸੀਂ ਚੈੱਕ ਕਰ ਲੈਣਾ। ਜਿਹੜੇ ਬਚਨ ਸੁਣ ਰਹੇ ਆ ਯਾਦ ਕਰੋ ਕਿ ਤੁਸੀਂ ਪ੍ਰਾਰਥਨਾ ਕਿੱਦਾਂ ਕਰਦੇ ਹੋ। ਤੁਹਾਡੀ ਪ੍ਰਾਰਥਨਾ ਜਿਹੜੀ ਆ ਇਹ ਪਰਮੇਸ਼ਵਰ ਏਦਾਂ ਦੀ ਚਾਹੁੰਦੇ ਆ ਕਿ ਕਿੱਦਾਂ ਦੀ? ਹਰ ਰੋਜ਼ ਪ੍ਰਾਰਥਨਾ। ਤੇ ਸਾਡੀ ਪ੍ਰਾਰਥਨਾ ਕਦੀ ਕਦੀ ਕੁਝ ਲੋਕ ਏਦਾਂ ਮੈਂ ਦੇਖਿਆ ਉਹ ਕਹਿੰਦੇ ਸਾਡਾ ਖਾਣੇ ਦਾ ਜਿਹੜਾ ਟਾਈਮ ਫਿਕਸ ਹੈ। ਮੈਂ ਉਹਦੇ ਖਿਲਾਫ ਨਹੀਂ ਆ ਕਿ ਜੇ ਤੁਹਾਡਾ ਖਾਣੇ ਦਾ ਟਾਈਮ ਫਿਕਸ ਹੈ ਤਾਂ ਅੱਛੀ ਗੱਲ ਆ, ਕਿਉਂਕਿ ਆਮ ਤੌਰ ਤੇ ਡਾਕਟਰਸ ਵੀ ਸਾਨੂੰ ਇਹ ਕਹਿੰਦੇ ਆ ਕਿ ਤੁਹਾਡਾ ਬ੍ਰੇਕਫਾਸਟ, ਲੰਚ ਤੇ ਡਿਨਰ ਇਹ ਟਾਈਮ ਨਾਲ ਹੋਣਾ ਚਾਹੀਦਾ। ਇਹਦੇ 'ਚ ਮੈਂ ਖਿਲਾਫ ਨਹੀਂ ਹਾਂ, ਪਰ ਕੁਝ ਲੋਕ ਬਹੁਤ ਆਪਣੇ ਟਾਈਮ ਦੇ ਨਾਲ ਪੰਕਚੁਅਲ ਆ ਕਿ ਅਸੀਂ ਸਵੇਰੇ 8 ਵਜੇ ਬ੍ਰੇਕਫਾਸਟ ਕਰਦੇ ਹਾਂ। ਦੁਪਹਿਰ ਨੂੰ ਅਸੀਂ ਆਮ ਤੌਰ ਤੇ ਦੁਨੀਆ ਦੇ ਵਿੱਚ ਹੀ ਲੰਚ ਦਾ ਜਿਹੜਾ ਟਾਈਮ ਆ ਉਹ 1 ਵਜੇ ਲੋਕਾਂ ਨੇ ਰੱਖਿਆ ਹੋਇਆ। ਸ਼ਾਮ ਨੂੰ ਜਿਹੜਾ ਡਿਨਰ ਦਾ ਟਾਈਮ ਆ ਉਹਨੂੰ ਜਿਹੜਾ 8 ਵਜੇ ਐਕੂਰੇਟ ਮੰਨਿਆ ਜਾਂਦਾ। ਬਹੁਤ ਲੋਕੀ ਟਾਈਮ ਦੇ ਪੰਕਚੁਅਲ ਆ, ਅੱਛੀ ਗੱਲ ਆ। ਟਾਈਮ ਨਾਲ ਖਾਣਾ ਖਾਓ, ਆਪਣਾ ਸੈਰ ਕਰੋ, ਤੁਹਾਡੀ ਜਿਹੜੀ ਬਾਡੀ ਆ ਟੈਂਪਲ ਆਫ ਗॉड ਆ, ਇਹ ਵੀ ਠੀਕ ਰਹਿੰਦਾ, ਮਾੜੀ ਗੱਲ ਨਹੀਂ। ਖਾਣੇ ਦਾ ਬੜਾ ਪੰਕਚੁਅਲਿਟੀ, ਖਾਣੇ ਦੀ ਬੜੀ ਟਾਈਮ
ਤੇ ਪ੍ਰਾਰਥਨਾ ਦਾ ਪੁੱਛੋ ਕਿਹੜਾ ਟਾਈਮ ਤੁਸੀਂ ਰੱਖਿਆ ਹੈ, ਕਿਹੜੇ ਟਾਈਮ ਤੁਸੀਂ ਬੈਠਦੇ ਆ, ਉਹ ਕਦੀ ਉਹਦੇ ਤੇ ਧਿਆਨ ਨਹੀਂ। ਜਦੋਂ ਮਨ ਕਰਦਾ ਉਦੋਂ ਦੁਆ ਕਰ ਲੈਂਦੇ। ਜੇ ਤਾਂ ਜਲਦੀ ਉੱਠ ਗਏ ਤੇ ਮਾੜਾ ਮੋਟਾ ਹਾਲੇਲੂਇਆ 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 ਕਰਦੇ ਆ। ਜੇ ਨੀਂਦ ਨਾ ਖੁੱਲੀ ਅੱਜ ਦੁਆ ਹੀ ਨਹੀਂ ਤੇ ਰੋਟੀ ਤੋਂ ਹਾਹਾਕਾਰ ਮਚ ਜਾਂਦੀ, ਕਿਉਂ ਸਾਨੂੰ ਰੋਟੀ ਨਹੀਂ ਮਿਲੀ। ਤੇ ਜ਼ਿਆਦਾ ਟਾਈਮ ਕੀ ਹੈ ਆਪਣਾ ਸ਼ਾਮ ਦਾ, ਇੰਡੀਆ ਦਾ, ਪੰਜਾਬ ਦਾ, ਮੈਨੂੰ ਇੰਡੀਆ ਦਾ ਪਤਾ ਨਹੀਂ, ਪੰਜਾਬ ਦਾ ਪਤਾ ਆਪਣਾ ਪੱਕਾ ਹੀ ਫਿਕਸ। ਹਾਂਜੀ ਹਾਂ, ਪੱਠੇ ਲੈਣ ਜਾਣਾ ਹੁੰਦਾ ਹੈ ਪਿੰਡਾਂ ਵਿੱਚੋਂ ਤੇ ਉਹ 4 ਵਜੇ ਚਾਹ ਪੀਣੀ, ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ, 4 ਵਜੇ ਚਾਹ ਪੀਣੀ। 4 ਵਜ ਗਏ ਚਾਹ ਰੱਖ ਲਾ, ਕੋਈ ਗੱਲ ਨਹੀਂ, ਤੁਸੀਂ ਚਾਹ ਪੀਣੀ ਹੈ, ਮੈਂ ਕਿਸੇ ਦੇ ਖਿਲਾਫ ਨਹੀਂ ਕਿ ਤੁਸੀਂ ਚਾਹ ਕਿਉਂ ਪੀਣੀ, ਪੀਓ। ਪਰ ਨਾਲ ਦੀ ਨਾਲ ਕਦੀ ਟਾਈਮ ਪ੍ਰਾਰਥਨਾ ਦਾ ਵੀ ਰੱਖਿਆ। ਓਹੋ 4 ਵਜ ਗਏ, ਓਹੋ 5 ਵਜ ਗਏ, 8 ਵਜ ਗਏ, 9 ਵਜ ਗਏ, ਸਵੇਰਾ ਹੋ ਗਿਆ, 4 ਵਜ ਗਏ, ਤੜਕਾ ਹੋ ਗਿਆ, ਮੈਂ ਉੱਠਾ ਤੇ ਮੈਂ ਕੀ ਕਰਾਂ? ਉਹ ਹੈ ਨਹੀਂ ਪ੍ਰਾਰਥਨਾ। ਖਾਣੇ ਦਾ ਬੜਾ ਰੌਲਾ ਹੈ, ਲੇਟ ਨਹੀਂ ਹੋਣਾ ਚਾਹੀਦਾ, ਪੰਕਚੁਅਲ ਹੈ ਅਸੀਂ, ਕਿਉਂਕਿ ਅਸੀਂ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਕੋਈ ਗੱਲ ਨਹੀਂ, ਅੱਛੀ ਗੱਲ ਆ, ਤੁਸੀਂ ਆਪਣਾ ਟਾਈਮ ਟੇਬਲ ਬਣਾਇਆ, ਇਟਸ ਵੈਰੀ ਗੁੱਡ, ਚੰਗੀ ਗੱਲ ਆ। ਪਰ ਨਾਲ ਦੀ ਨਾਲ ਇਹ ਪੜੋ ਇਸ ਲਾਈਨ ਨੂੰ, ਨਿਤ ਪ੍ਰਾਰਥਨਾ ਕਰੋ। ਕੀ ਕਰੋ? ਹੈਲੋ, ਕੀ ਕਰੋ? ਪ੍ਰਾਰਥਨਾ ਤੇ ਕਰੋ, ਪਰ ਉਹ ਤੋਂ ਅਗਲਾ ਸ਼ਬਦ ਕੀ ਹੈ? ਨਿਤ ਪ੍ਰਾਰਥਨਾ। ਹਾਂ, ਨਿਤ ਪ੍ਰਾਰਥਨਾ ਤੇ ਕਰੋ, ਇਹ ਤਾਂ ਲਿਖਿਆ ਆ, ਪਰ ਕਿਹੜੀ ਪ੍ਰਾਰਥਨਾ? ਕਿਹੜੀ ਪ੍ਰਾਰਥਨਾ? ਨਿਤ। ਹਿੰਦੀ ਦੀ ਬਾਈਬਲ ਹੈ ਇੱਥੇ ਕਿਸੇ ਕੋਲ? पढ़ो तो की लिखे? निरंतर प्रार्थना में लगे रहो। प्रे कंटिन्यूसली, हर रोज निरंतर प्रार्थना करते रहो। ए विश्वासी भैणों भराओ, तौबा करके पानी का बपतिस्मा ले हुए लोगों, ਜਿਹੜੇ ਤੁਸੀਂ ਇਹ ਦਾਵਾ ਕਰਦੇ ਹੋ ਕਿ ਅਸੀਂ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕ ਆ, ਤੁਹਾਨੂੰ ਪਰਮੇਸ਼ਰ ਕਹਿ ਰਿਹਾ ਹੈ, हे मेरी बेटी, हे मेरे बेटे, निरंतर प्रार्थना में लगे रहो, नित प्रार्थना करो। पर साडी प्रार्थना तीन टाइम खाना हो सकता है, पर 3 टाइम प्रार्थना नहीं हो सकती। मैं मुसलमान भाइयों को देखिया, दिन विच नमाज पढ़ते हैं, जदों उन्होंने दोपहर का टाइम जिथे भी हो जाए नमाज पढ़न का, जिथे भी हो जाए, उन्होंने कोल एक चटाई उन्होंने कोल ही होंगी, छोटा जिहा उन्होंने एडी चटाई जी होंगी उन्होंने को, वो विछा के उत्थे ही वो की कर लग पैंदे नमाज पढ़ते। मैं दुबई में देखिया, वो एक मुस्लिम कंट्री है, बहुत सोहनी कंट्री है, मुस्लिम कंट्री है। उस कंट्री के अंदर गर्मी बहुत है, पर उन्होंने इंतजाम बहुत ज़्यादा है, बड़े बड़े मॉल बने हैं। एक मॉल के विच असीं गए, उत्थे उन्होंने थल्ले दोपहर का वेला उन्होंने टाइम होया होगा नमाज का, सारे दे सारे जिन्ने मुस्लिम भाई है वो सारे गोडे टेक के नमाज करते, अपना काम छड़ देंगे, पर वो की करन लग पैंदे ते सर्वशक्तिमान परमेश्वर के बच्चे, प्रभु यीशु मसीह के बच्चे, इन्हां दी नमाज एक पंजाबी च कहावत भी है, वेले दी नमाज ते कवेले दी है। जिहड़ी नमाज है वो वेले दी है ते कवेले दी है। टक्कर हुण टक्करां ही रह गई विश्वासियों के कोल, नमाज तो खत्म हो गई है। नमाज का मतलब अरदास, प्रार्थना, प्रेयर जिंदगी विचों खत्म हो चुकी है ते आसां साडियां वड्डियां है, आ भी होना चाहिए, आ भी होना चाहिए। नो प्रॉब्लम, तुसीं जे कोई आस रखते हैं, आस बाइबल च लिखिया शर्मिंदा नहीं होण दिंदी।
पर प्रार्थना 2-2 मिनट दी, 3-3 मिनट दी, जितनी भी छोटी हो जाए। नित्य प्रार्थना करनी है, हर रोज प्रार्थना करनी है। अपनी प्रार्थना का समा निर्धारित रखो, अपने बैठन का स्थान भी एक निर्धारित रखो। तुसी देखोगे उस कपड़े विच भी जेड़ा तुसी थले विछा के बहने हैं, ਉਹਦੇ ਤੇ भी परमेश्वर का अभिषेक आ जाओ, वो भी पवित्र कपड़ा हो जाए। लोग देखते वो बेनिहीन ने पिछे इधर रुमाल दिते सी, दुआ कर करके लोग विश्वास ला लेंदे सी, कईयां नूं शॉल दिते, वो शॉल अपने मोढे ते रख के दुआ कर दिंदे सी। पहला टीवी ते आउंदा सी ते उन्होंने ऐड दिंदे। ਉਹਦਾ मतलब कि वो जेरे ते प्रेयर करते, मतलब वो कपड़ा भी अभिषिक्त हो जाता है। पर जेरे ते तुसी बैठ के प्रार्थना करोगे वो भी कपड़ा अभिषिक्त हो जाओ। जेरे स्थान ते बैठ के प्रार्थना करोगे उस स्थान ते उत्ते परमेश्वर की हजूरी हमेशा रहो। जिस घर विच, जिस शहर विच इक्को जगह ते दुआ होंदी उत्ते बरकत होंदी। जे तुसी इत्थे जगह बनाई है ना, हर रोज इत्थे बैठ के दुआ करो, उत्ते खुदा दी हजूरी हमेशा हमेशा बनी हो। जिस कपड़े को तुसी यूज करते हैं प्रार्थना वाला, हमेशा उन्हें रखो। उन्हें प्रेयर की, तय ला के फिर रख देता, फिर यूज करो, खुदा उस कपड़े नूं भी अभिषेक कर दूंगा। इत्थों तक कि जदों तुसी खुदा की हजूरी च निरंतर रहोगे, कंटीन्यूअसली रहोगे, उदों तुहाडे अपने जिहड़े पाए हुए वस्त्र आ इन्हां विच भी अभिषेक आ जाऊगा। बोलो हालेलुया, हालेलुया। क्यों अभिषेक किना च आ जाऊगा? क्योंकि असी अभिषेक वाले दे नाल। एक दिन मैं एक किताब पढ़ रहा सी, डॉक्टर DGS दीनाकरण जी की। उन्होंने अपनी बुक दे विच लिखिया कि एक बहुत बड़ी फैक्ट्री सी, चंदन की लकड़ी का बिजनेस सी उन्हां दा। काहदा बिजनेस? चंदन की लकड़ का। ते वो बिजनेसमैन जिहड़े अपने फैक्ट्री विच लैके गए उन्होंने प्रेयर कराउण वास्ते, कहते जो प्रेयर कराउण वास्ते लगाए तो मैं प्रेयर तो पहला मैं उन्होंने कहा कि मैं तुहाडी फैक्ट्री देखना चाहना कितना काम चलता। काफ़ी बड़ी फैक्ट्री सी। वो कहते मैं काफ़ी टाइम, घंटा 1.5 घंटा 2 घंटे मैं फैक्ट्री विच ही रहा। उन्होंने फैक्ट्री देखी, उत्थे मैं बैठिया, प्रेयर की। जब मैं समाप्त करके वापस आया तो कहते मेरे कपड़ियां विचों भी चंदन की खुशबू आनी शुरू हो गई, क्योंकि थोड़ी देर उत्ते रहे। चंदन की लकड़ की खुशबू बहुत होंदी। वो कहते मेरे विचों वो खुशबू आनी शुरू हो गई जिन्नी देर मैं उत्थे रहा। कहने का भाव कि जदों असीं खुदा की हजूरी दे विच जिन्ना ज्यादा समा रहांगे उन्ना ही ज्यादा अभिषेक साडे उत्ते है। निरंतर दी प्रार्थना जिहड़ी आ एक नॉर्मल इंसान नूं अभिषेक इंसान बना दिंदी है। एक नॉर्मल इंसान नूं पवित्र आत्मा दे वरदानां नाल भर दिंदी है। एक नॉर्मल इंसान नूं शक्ति दे नाल भर दिंदी है। तभी लिखिया उत्ते कहंदे एक जगह ते ठहरे नहीं हो, तुहाडे ते की आऊगी? शक्ति आऊगी। एक जगह ते बैठ के प्रार्थना करया करो, हर रोज प्रार्थना करया करो। हर रोज की प्रार्थना दे विच बरकतां ही अलग है। हर रोज की प्रार्थना दे विच बरकतां बहुत छुपियां हुई हैं। क्यों प्रभु परमेश्वर ने कहा, क्यों प्रभु ने गल कही कि नित्य की करो? हिंदी च पढ़ो फिर दोबारा इस लाइन। इतनी होली देना नहीं पढ़ना। निरंतर प्रार्थना में लगे रहो। निरंतर प्रार्थना में, निरंतर निरंतर। जी अज दे विश्वासियों ने पूछो निरंतर, हर रोज, नित्य, एवरीडे, खत्म। प्रार्थना ध्यान के सब खत्म। हर रोज बाइबल पढ़ना नहीं मन करता, प्रेयर करना वो भी एक दूसरे ने कही जाएंगे। कई मैं देखिया भाई इदा आ, भैना भी आ, मैं कोई गल नहीं ये कर लेंदी है, ये कर लेंदी। मैं कहा रोटी भी एवं खाती होनी, तुसीं खाते नहीं होने।
ਇਹ ਕਰ ਲੈਂਦਾ ਹੈ ਤੇ ਤੂੰ ਰੋਟੀ ਨਹੀਂ ਖਾਂਦੀ ਹੋਣੀ। ਜਿਹੜਾ ਪਰਮੇਸ਼ਵਰ ਨਾਲ ਰਿਸ਼ਤਾ ਹੈ ਸਾਡਾ ਪਰਸਨਲ ਰਿਸ਼ਤਾ ਹੈ, ਕਿਸੇ ਦੇ ਥਰੂ ਰਿਸ਼ਤਾ ਨਹੀਂ ਹੈ, ਇਹ ਪਰਸਨਲ ਹੈ। ਕਦੀ ਤੁਸੀਂ ਦੇਖੋ ਆਪਾਂ ਵੀ ਪ੍ਰਭੂ ਯਿਸੂ ਮਸੀਹ ਨੂੰ ਬਾਪ ਕਹਿੰਦੇ ਹਾਂ। ਜੇ ਕੋਈ ਸਾਡਾ ਬਾਪ ਆ ਤੇ ਉਹ ਵੀ ਪ੍ਰਭੂ ਯਿਸੂ ਮਸੀਹ ਨੂੰ ਕੀ ਕਹੋਗੇ? ਬਾਪ ਕਹੋਗੇ। ਜੇ ਕੋਈ ਸਾਡਾ ਬੱਚਾ ਆ ਤੇ ਉਹ ਵੀ ਪ੍ਰਭੂ ਯਿਸੂ ਮਸੀਹ ਨੂੰ ਕੀ ਕਹੋਗੇ? ਬਾਪ ਕਹੋਗੇ। ਉਹ ਕਿਸੇ ਦੇ ਦੁਆਰਾ ਰਿਸ਼ਤਾ ਨਹੀਂ ਆ, ਪ੍ਰਭੂ ਯਿਸੂ ਮਸੀਹ ਦੇ ਨਾਲ ਸਾਡਾ ਸਭ ਦਾ ਆਪੋ ਆਪਣਾ ਪਰਸਨਲ ਰਿਸ਼ਤਾ। ਨਿਰੰਤਰ ਪ੍ਰਾਰਥਨਾ, ਆਪਾਂ ਦੋ ਐਗਜ਼ਾਮਪਲਸ ਦੇਖਾਂਗੇ, ਦੋ ਉਦਾਹਰਨਾਂ ਦੇਖਾਂਗੇ ਕਿ ਨਿਰੰਤਰ ਪ੍ਰਾਰਥਨਾ ਦੀ ਬਰਕਤ ਕਿਹੜੀ ਹੈ। ਲੂਕਾ ਦੀ ਅੰਜੀਲ 11 ਬਾਬ ਉਹਦੀ 5 ਆਇਤ ਤੋਂ ਪੜ੍ਹੀਏ। ਲੂਕਾ ਦੀ ਅੰਜੀਲ 11 ਅਧਿਆਇ ਉਹਦੀ 5 ਆਇਤ ਤੋਂ। ਜਲਦੀ ਨਾ ਫਟਾਫਟ। ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਹਨੂੰ ਕਹੇ, ਮਿੱਤਰਾ 3 ਰੋਟੀਆਂ ਮੈਨੂੰ ਉਧਾਰੀਆਂ ਦੇ। ਹਾਂ, ਇੱਥੇ ਪ੍ਰਭੂ ਯਿਸੂ ਮਸੀਹ ਸਿਖਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਦੇ ਰਹੇ ਹੈ। ਤੁਹਾਡੇ ਵਿੱਚੋਂ ਕੋਈ ਏਦਾਂ ਹੋਵੇ, ਬਾਈਬਲ ਵਿੱਚ ਲਿਖਿਆ ਯਿਸੂ ਮਸੀਹ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪੜ੍ਹੀਏ ਫਿਰ ਦੁਬਾਰਾ ਸਲਾਈਡ ਨੂੰ। ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਹਨੂੰ ਕਹੇ, ਮਿੱਤਰਾ 3 ਰੋਟੀਆਂ ਮੈਨੂੰ ਉਧਾਰੀਆਂ ਦੇ। ਹਾਂ, ਸਪੋਜ਼ ਕਰੋ ਉਹ ਕਹਿੰਦਾ ਤੁਹਾਡੇ ਵਿੱਚੋਂ ਕੋਈ ਐਸਾ ਹੋਵੇ ਜਿਹਦਾ ਦੋਸਤ ਜਾਂ ਮਿੱਤਰ ਅੱਧੀ ਰਾਤ ਨੂੰ, ਕਦੋਂ ਆਵੇ? 8 ਵਜੇ ਨਹੀਂ, 9 ਵਜੇ ਨਹੀਂ, 10 ਵਜੇ ਨਹੀਂ, ਕਦੋਂ ਆਵੇ? ਅੱਧੀ ਰਾਤ ਕਦੋਂ ਤੋਂ ਸ਼ੁਰੂ ਹੁੰਦੀ ਹੈ? 12 ਵਜੇ ਤੋਂ ਗਾਂ ਦਾ ਟਾਈਮ। ਅੱਧੀ ਰਾਤ ਸਵੇਰ ਕਦੋਂ ਸ਼ੁਰੂ ਹੁੰਦੀ ਹੈ? 4 ਵਜੇ। ਹਾਂ, 4 ਤੋਂ ਪਹਿਲਾਂ ਤੇ 12 ਤੋਂ ਬਾਅਦ ਦਾ ਸਮਾਂ ਹੈ ਤੇ ਬਹੁਤ ਗਹਿਰੀ ਨੀਂਦ ਦਾ ਸਮਾਂ ਹੈ। ਇਹ ਜਿਹੜਾ ਸਮਾਂ ਆ ਬਹੁਤ ਗਹਿਰੀ ਨੀਂਦ ਦਾ, ਮਿਡਨਾਈਟ, ਅੱਧੀ ਰਾਤ। ਅਗਰ ਕੋਈ ਕਹਿੰਦਾ ਤੁਹਾਡੇ ਕੋਲ ਤੁਹਾਡਾ ਮਿੱਤਰ ਆਵੇ ਤੇ ਆਵੇ ਅੱਧੀ ਰਾਤ ਨੂੰ, ਤੇ ਹੁਣ ਉਹਨੂੰ ਕੀ ਖਿਲਾਉਣੀ ਹੈ? ਹਾਂਜੀ, ਉਹਨੂੰ ਰੋਟੀ ਖਿਲਾਉਣੀ। ਰੋਟੀ ਤੇ ਖਿਲਾਉਣੀ ਪੈਣੀ। ਚਲੋ ਹੁਣ ਅੱਧੀ ਰਾਤ ਨੂੰ ਆਇਆ, ਉਹਦਾ ਸਫ਼ਰ ਇੰਨਾ ਹੀ ਸੀ, ਇਦਾਂ ਹੀ ਆਇਆ, ਉਹਦਾ ਟਾਈਮ ਇਦਾਂ ਸੀ, ਜਾਂ ਉਹਦੀ ਫਲਾਈਟ ਲੇਟ ਹੋ ਗਈ, ਜਾਂ ਉਹਦੀ ਫਲਾਈਟ ਇੰਨੇ ਵਜੇ ਦੀ ਸੀ, ਜਾਂ ਉਹਦੀ ਬੱਸ ਚੋਂ ਇੰਨੇ ਵਜੇ ਆਇਆ, ਜਾਂ ਟ੍ਰੇਨ ਚੋਂ ਇੰਨੇ ਵਜੇ ਆਇਆ, ਜਾਂ ਆਪਣੀ ਗੱਡੀ 'ਚ ਇੰਨੇ ਵਜੇ ਆਇਆ। ਦੈਟ ਇਜ਼ ਅ ਡਿਫਰੈਂਟ ਮੈਟਰ, ਉਹ ਅਲੱਗ ਗੱਲ ਹੈ। ਪਰ ਆਇਆ ਉਹ ਕਦੋਂ ਆ? ਹੁਣ ਇਹਨੂੰ ਖਾਣਾ ਵੀ ਖਿਲਾਉਣਾ ਹੈ, ਪਰ ਉਹਨਾਂ ਕੋਲ ਖਾਣ ਨੂੰ ਕੁਛ ਖਾਣ ਨੂੰ ਕੁਛ ਵੀ ਨਹੀਂ ਆ, ਪਰ ਉਹਨੂੰ ਕੀ ਦੇਣਾ ਆ? ਹੈਲੋ, ਬੋਲਦੇ ਹੀ ਨਹੀਂ। ਕੀ ਦੇਣਾ ਆ? ਖਾਣਾ ਵੀ ਦੇਣਾ, ਪਰ ਹੈ ਘਰ ਵਿੱਚ ਕੁਝ ਵੀ। ਪੜੋ ਫਿਰ ਦੁਬਾਰਾ। ਮਿੱਤਰਾ 3 ਰੋਟੀਆਂ ਮੈਨੂੰ ਉਧਾਰੀਆਂ ਦੇ। ਨਹੀਂ, ਉੱਤੋਂ ਪੜੋ ਥੋੜਾ। ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਹਨੂੰ ਕਹੇ, ਮਿੱਤਰਾ 3 ਰੋਟੀਆਂ ਮੈਨੂੰ ਉਧਾਰੀਆਂ ਦੇ। ਹਾਂ, ਉਹਦੇ ਕੋਲ ਨਹੀਂ ਆ, ਪਰ ਉਹ ਕੀ ਚਲਾ ਗਿਆ? ਫਿਰ ਕਿਸੇ ਦੂਸਰੇ ਫਰੈਂਡ ਕੋ ਚਲਾ ਗਿਆ, ਆਪਣੇ ਦੂਸਰੇ ਮਿੱਤਰ ਕੋ ਗਿਆ ਅੱਧੀ ਰਾਤ ਨੂੰ। ਉਹਨੂੰ ਕਿਹਾ, ਹੇ ਮੇਰੇ ਦੋਸਤ, ਮੈਨੂੰ ਕੀ ਦੇ? ਕਿੰਨੀਆਂ ਰੋਟੀਆਂ ਮੰਗੀਆਂ? 3 ਰੋਟੀਆਂ ਮੰਗੀਆਂ। ਹੇ ਮੇਰੇ ਦੋਸਤ, ਮੈਨੂੰ 3 ਰੋਟੀਆਂ ਉਧਾਰੀਆਂ ਦੇ। ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰਕੇ ਮੇਰੇ ਕੋਲ ਆਇਆ ਹੈ। ਹਾਂ, ਕਿਉਂਕਿ ਮੇਰਾ ਦੋਸਤ ਕੀ ਕਰਕੇ ਆਇਆ? ਪੈਂਡਾ ਕਰਕੇ ਮੇਰੇ ਕੋਲ ਆਇਆ, ਪਰ ਮੇਰੇ ਕੋ ਖਿਲਾਉਣ ਵਾਸਤੇ ਮੇਰੇ को कुछ नहीं है। मेरी हालात नहीं कि मैं उनको दे सका, पर मेरा मित्र अद्धी रात पैंडा करके आया, पर इस करके मैनू 3 रोटियां दे दे ताकि मैं उन्होंने दे सका ते वो भी खा के अपनी भुख नू मिटा सके। हाँ, आगे पढ़िए। मेरे को कुछ नहीं जो ओदे आगे रखा। हाँ, और वो अंदरों उत्तर देवे कई मैनू औखा ना कर, हुण बूहा वज्या होया है ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹੈ। ਹਾਂ, ਕਹਿੰਦਾ ਮੈਨੂੰ ਉਹਨੇ ਵੀ ਅੱਗੇ ਜਵਾਬ ਦੇ ਦਿੱਤਾ। ਅੱਧੀ ਰਾਤ ਹੈ, ਉਹ ਸੁੱਤਾ ਹੈ। ਉਹ ਕਹਿੰਦਾ ਮੇਰੇ ਬੱਚੇ ਵੀ ਮੇਰੇ ਨਾਲ ਸੁੱਤੇ ਆ ਤੇ ਦਰਵਾਜ਼ਾ ਕੀ ਹੋਇਆ ਬੰਦ ਆ।
ਕੁੰਡਾ ਲੱਗਾ ਆ, ਤਾਲਾ ਲੱਗਾ ਹੋਇਆ ਆ, ਬੱਤੀਆਂ ਬੁਰੀਆਂ ਹੋਈਆਂ ਆ। ਹੁਣ ਕਿੱਥੋਂ ਅਸੀਂ ਦਰਵਾਜ਼ਾ ਖੋਲਾਂਗੇ ਤਾਂ ਨਿਆਣੇ ਮੇਰੇ ਸੁੱਤੇ ਸੁੱਤੇ ਉੱਠ ਪੈਣੇ। ਜਿਹਦੇ ਨਿਆਣੇ ਉੱਠ ਜਾਣ ਤਾਂ ਉਹ ਅੱਧੀ ਰਾਤ ਸੌਣਾ ਹੀ ਨਹੀਂ ਉਹਨਾਂ ਨੇ। ਜਿਹਦੇ ਨਿਆਣੇ ਸੌ ਜਾਣ ਉਹ ਤਾਂ ਕਹਿੰਦਾ ਸ਼ੁਕਰ ਆ ਸੌਂ ਗਿਆ ਕਿਤੇ, ਕਿਉਂਕਿ ਨਿਆਣੇ ਟਿਕਦੇ ਹੀ ਨਹੀਂ। ਨਿਆਣੇ ਨਹੀਂ ਪੈਂਦੇ, ਉਹ ਇਸੇ ਦੁੱਖੋਂ ਮੈਨੂੰ ਲੱਗਦਾ ਫਿਰ ਛੋਟੇ ਹੀ ਹੋਣੇ ਉਹਦੇ ਵੀ। ਇਦਾਂ ਲਿਖਿਆ ਨਹੀਂ, ਮੈਂ ਆਈਡੀਆ ਲਾਉਣਾ ਕਿਉਂਕਿ ਮੈਂ ਆਪਣਿਆਂ ਨੂੰ ਦੇਖ ਕੇ ਆਈਡੀਆ ਲਾਉਣਾ ਵੀ ਜਿਹੜੇ ਸੌਂ ਜਾਣ ਉਹ ਬੰਦਾ ਸੋਚਦਾ ਕਿ ਇਹ ਸੁੱਤੇ ਹੀ ਚੱਲ ਠੀਕ ਆ ਹੁਣ ਥੋੜਾ ਸੌਂ ਗਿਆ ਆ, ਰੈਸਟ ਹੋ ਜਾਊਗੀ। ਉਹ ਕਹਿੰਦਾ ਕਿ ਮੇਰੇ ਬੱਚੇ ਨਾਲ ਸੁੱਤੇ ਆ ਔਰ ਦਰਵਾਜ਼ਾ ਬੰਦ ਹੋਇਆ, ਨਹੀਂ ਖੋਲ ਸਕਦਾ, ਨਹੀਂ ਰੋਟੀ ਮਿਲ ਸਕਦੀ ਤੈਨੂੰ। ਪਰ ਲੋੜ ਕਿਹਨੂੰ ਆ? ਜਿਹੜਾ ਬਾਹਰ ਖੜਾ। ਲੋੜ ਕਿਹਨੂੰ ਆ? ਜਿਹੜਾ ਬਾਹਰ ਖੜਾ ਹੈ। ਤੇ ਉਹਨੂੰ ਪਤਾ ਦਰਦ ਕੀ ਆ। ਮੰਗਣਾ ਯਾਰ ਕੀ ਕਹੂੰਗਾ, ਮੇਰਾ ਦੋਸਤ ਆ, ਇਹ ਵੀ ਮੇਰਾ ਦੋਸਤ ਹੈ। ਪਰ ਇਹ ਜਵਾਬ ਦੇਈ ਜਾਂਦਾ ਕਿ ਹੁਣ ਦਰਵਾਜ਼ਾ ਵੱਜ ਗਿਆ ਹੈ। ਹਾਂ ਪੜੀਏ। ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਹਾਂ ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ। ਹਾਂ ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸ ਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹਨੂੰ ਨਾ ਦੇਵੇ, ਪਰ ਉਹਦੇ ਢੀਠ ਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹਨੂੰ ਦੇਵੇਗਾ। ਬੋਲੋ ਹਾਲੇਲੂਇਆ। ਉਹਦਾ ਮਿੱਤਰ ਹੋ ਕੇ ਨਹੀਂ ਉਹ ਸੁਣੂਗਾ, ਉਹ ਜਵਾਬ ਦੇ ਚੁੱਕਾ ਆ। ਉਹ ਅੱਧੀ ਰਾਤ ਸੁੱਤਾ ਹੋਇਆ ਆ, ਆਪਣੇ ਪਰਿਵਾਰ ਵਿੱਚ ਸੁੱਤਾ ਆ, ਆਪਣੇ ਬੱਚਿਆਂ ਨਾਲ ਸੁੱਤਾ ਆ ਔਰ ਉਹਦਾ ਦਰਵਾਜ਼ਾ ਵੀ ਬੰਦ ਹੋਇਆ ਆ। ਉਹ ਕਹਿੰਦਾ ਕਿ ਮੈਂ ਰੋਟੀਆਂ ਨਹੀਂ ਦਊਂਗਾ, ਪਰ ਜਿਹੜਾ ਬਾਹਰ ਖੜਾ ਆ, ਬਾਈਬਲ 'ਚ ਲਿਖਿਆ ਉਹਦੇ ਢੀਠ ਪੁਣੇ ਦੇ ਕਰਕੇ ਉਹਦੀ ਸੁਣੂਗਾ ਤੇ ਜਿੰਨੀਆਂ ਰੋਟੀਆਂ ਦੀ ਲੋੜ ਆ। ਬੋਲੋ ਹਾਲੇਲੂਇਆ। निरंतर प्रार्थना, हर वक्त प्रार्थना, बार बार प्रार्थना। हे प्रभु मेरे ते दया कर, हे प्रभु मेरी लोड़ां नूं पूरा कर, हे प्रभु मेरी बीमारी नूं मैनू मेरे तो दूर कर, हे प्रभु मेरा इंतजाम कर। नहीं सुनी गई। दोस्त वालों तो की आया है, मारो भी आए, ਉਹਨੂੰ ਪਤਾ ਹੈਗੀਆਂ ਰੋਟੀਆਂ ਅੰਦਰ ਹੀ ਆ। ਉੱਠੂਗਾ ਉੱਠੂਗਾ ਹੁਣ ਨਹੀਂ ਤੇ ਥੋੜੀ ਦੇਰ ਤੱਕ ਕੀ ਆ ਦਰਵਾਜ਼ਾ ਕੀ ਕਰੀ ਗਿਆ, ਕਿਉਂਕਿ ਲਿਖਿਆ ਖੜਕਾਓਗੇ ਤਾਂ ਖੋਲਿਆ ਜਾਵੇਗਾ, ਖੜਕਾਓਗੇ ਤਾਂ ਖੋਲਿਆ ਜਾਵੇਗਾ, ਖੜਕਾਓਗੇ ਤਾਂ ਖੋਲਿਆ ਜਾਵੇਗਾ। ਖੜਕਾਉਣਾ ਪੈਣਾ, ਤੁਰ ਤਾਂ ਖੜਕਾਉਂਦੇ ਹੀ ਨਹੀਂ। ਹੁਣ ਕੋਈ ਦਰਵਾਜ਼ਾ ਨਹੀਂ ਖੜਕਾਉਂਦਾ। ਹੁਣ ਤੇ ਇਦਾਂ ਹੀ ਬਸ ਹੋ ਗਿਆ, ਪ੍ਰਭੂ ਜੀ ਦੇ ਦੇ, ਪ੍ਰਭੂ ਜੀ ਦੇ ਦੇ, ਬਸ ਰੋਣਾ ਕਰਵਾਉਣੇ ਰਹਿ ਗਿਆ। ਤੇ ਬਹੁਤੀ ਗੱਲ ਤੇ ਉਹਨਾਂ ਨੇ ਪਾਦਰੀਆਂ ਨੂੰ ਅਧਿਕਾਰ ਦੇ ਦਿੱਤਾ, ਪਾਸਟਰ ਸਾਹਿਬਾਨਾਂ ਨੂੰ, ਕਿ ਤੁਸੀਂ ਖੜਕਾਈ ਜਾਓ ਤੇ ਤੁਸੀਂ ਲੈ ਕੇ ਦੇ ਲਓ। ਉਹ ਸਾਰੇ ਪਾਸਟਰ ਵੀ ਕਹਿੰਦੇ ਰਾਤ ਦਿਨ ਹਨੇਰੇ ਸਵੇਰੇ ਦੁਆ ਕਰੋ, ਦੁਆ ਕਰੋ, ਦੁਆ। ਜਿੱਦਾਂ ਨਾ ਰੱਟ ਲਈ ਹੋਈ ਹੈ। ਆ ਮੈਂ ਦੇਖਿਆ ਅੱਜ ਕੱਲ੍ਹ ਜਿਹੜੇ ਭਾਈ ਸਬਜ਼ੀ ਵੇਚਦੇ ਆ ਜਾਂ ਦੂਸਰਾ ਕੋਈ ਵੇਚਦੇ ਚੀਜ਼ਾਂ, ਹੁਣ ਹੋਕਾ ਥੋੜੀ ਦਿੰਦੇ, ਉਹਨਾਂ ਕੋਲ ਰਿਕਾਰਡਿੰਗ ਆ ਗਈ ਹੈ। ਆਲੂ ਲੋ, ਗੋਭੀ ਲੋ, ਪਿਆਜ਼ ਲੋ, ਟਮਾਟਰ ਲੋ, ਉਹ ਸਭ ਕੁਝ ਦੇ ਵਿੱਚ ਹੀ ਆ। ਇਦਾਂ ਹੀ ਵਿਸ਼ਵਾਸੀਆਂ ਨੇ ਰਾਟ ਹੀ ਲਿਆ ਆ, ਰਿਕਾਰਡਿੰਗ ਫਿੱਟ ਕਰ ਲਈ ਆ। ਕੀ ਕਰੋ ਭਾਜੀ? ਦੁਆ ਕਰੋ। ਭਾਜੀ ਦੁਆ ਕਰੋ। ਹਾਂ ਭਾਜੀ ਦੀ ਦੁਆ ਕਰਾਈ ਜਾਈ, ਪਰ ਆਪ ਦੁਆ ਕਰੋ, ਦੁਆ ਕਰੋ, ਦੁਆ ਕਰੋ। ਇੱਥੇ ਲਿਖਿਆ ਇਹਦੇ ਢੀਠ ਪੁਣੇ ਦੇ ਕਰਕੇ। ਨਹੀਂ ਸਮਝੇ? ਪੜੋ ਫਿਰ ਦੁਆਰਾ ਇਹਦੇ। ਪਰ ਉਹਦੇ ਢੀਠ ਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਕਿੱਦਾਂ ਲੋੜ ਉੱਠੂਗਾ? ਹੋਵੇਗੀ। ਉਹ ਕਿੱਦਾਂ? ਉਹ ਕਹਿੰਦਾ ਮੈਂ ਸੁੱਤਾ ਹਾਂ, ਉਹ ਉੱਠੂਗਾ ਹੁਣ ਕਿੱਦਾਂ? ਉਹਦੇ ਢੀਠ ਪੁਣੇ ਕਿੱਦਾਂ ਉੱਠੂਗਾ ਉਹ? ਉਹਦੇ ਢੀਠ ਪੁਣੇ। ਕਿਹਦੇ ਢੀਠ ਪੁਣੇ ਦੇ ਕਰਕੇ? ਆਪਣਾ ਮਿੱਤਰ ਜਿਹੜਾ ਬਾਹਰ ਖੜਾ ਦਰਵਾਜ਼ਾ ਨਹੀਂ ਪਾਉਂਦਾ, ਜਿਹਨੂੰ ਲੋੜ ਆ, ਜਿਹੜਾ ਲੋੜਵੰਦ ਆ, ਉਹਦੇ ਢੀਠ ਪੁਣੇ ਦੇ ਕਰਕੇ ਕਿੱਦਾਂ ਨਹੀਂ ਉੱਠੂਗਾ? ਅਕਸਰ ਤਾਂ ਦੋਸਤ ਆ, ਉੱਠੂਗਾ। ਸਾਡਾ ਬਾਪ ਆ ਪ੍ਰਭੂ ਯਿਸੂ ਮਸੀਹ, ਅੱਜ ਨਹੀਂ ਤੇ ਕੱਲ ਨੂੰ ਦਊਗਾ ਦਰਵਾਜ਼ਾ ਖੜਕਾਉਣਾ। निरंतर प्रार्थना, नित्य प्रार्थना, कंटिन्यूअसली प्रार्थना। प्रे प्रे प्रे। आए खुदा आज नहीं दूंगा ते कल मैं रोजे ते बैठ जाऊंगा। आए खुदा मैं 2 दिन 3 दिन नहीं खाऊंगा, क्योंकि तू मेरी अरदास नू जद तक
ਤੂੰ ਹੀ ਮੈਨੂੰ ਕਿਹਾ ਆ, ਤੂੰ ਹੀ ਮੈਨੂੰ ਸਿਖਾਇਆ ਆ, ਖੜਕਾਓਗੇ ਤਾਂ ਖੋਲਿਆ ਜਾਊਗਾ। ਮੈਂ ਤੇਰਾ ਹੀ ਦਰਵਾਜ਼ਾ ਖੜਕਾਉਂਗਾ। ਇੱਕ ਭਜਨ ਨਹੀਂ ਗਾਉਂਦੇ, ਮੈਂ ਕਿਸੇ ਹੋਰ ਦੇ ਕੋਲੋਂ ਨਹੀਂ ਮੰਗਣਾ। ਬੂਹਾ ਤੇਰੇ ਪ੍ਰੀਤ ਵਾਲਾ ਹੋਵੇ। ਤੇਰੇ ਕੋਲੋਂ ਹੀ, ਤੇਰੇ ਕੋਲੋਂ ਆਪਣੀ ਦੁਆ ਕਰਨੀ ਛੱਡੋ ਨਾ ਕਿ ਪ੍ਰਭੂ ਨੇ ਤਾਂ ਉੱਤਰ ਹੀ ਨਹੀਂ ਦਿੱਤਾ, ਪ੍ਰਭੂ ਨੇ ਤਾਂ ਮੇਰੀ ਸੁਣੀ ਨਹੀਂ, ਪ੍ਰਭੂ ਨੇ ਤਾਂ ਮੈਨੂੰ ਜਵਾਬ ਹੀ ਨਹੀਂ ਦਿੱਤਾ। ਨਾ, ਤੁਹਾਨੂੰ ਜਵਾਬ ਮਿਲਣ ਵਾਲਾ ਹੈ, ਤੁਹਾਨੂੰ ਉੱਤਰ ਮਿਲਣ ਵਾਲਾ ਹੈ, ਤੁਹਾਨੂੰ ਜੋ ਲੋੜਾਂ ਆ ਉਹ ਪੂਰੀਆਂ ਹੋਣ ਵਾਲੀਆਂ। ਲਿਖਿਆ ਨਾ ਉਹਦੇ ਢੀਠ ਪੁਣੇ ਕਰਕੇ ਜਿੰਨੀਆਂ ਉਹਨੂੰ ਚਾਹੀਦੀਆਂ ਆ ਉਹਨੀਆਂ ਦਿਓ। ਜਿੰਨੀਆਂ ਚਾਹੀਦੀਆਂ ਹੈ। ਕਿੰਨੇ ਲੱਖ ਨਾਲ ਤੁਹਾਡਾ ਕੰਮ ਹੋਣਾ ਹੈ? ਉਹਨੇ ਲੱਖ ਮਿਲਣਗੇ। ਬੋਲੋ ਹਾਲੇਲੂਇਆ। ਕਿੱਦਾਂ ਠੀਕ ਹੋਣਾ ਬਿਮਾਰੀ ਤੋਂ? ਉਹ ਬਿਮਾਰੀ ਚਲ ਜਾਣੀ। ਘਬਰਾਓ ਨਾ ਕਿ ਇਹ ਬਿਮਾਰੀ, ਉਹ ਡਾਕਟਰ ਕਹਿੰਦਾ ਕਿ ਤੈਨੂੰ ਸਾਰੀ ਉਮਰ ਦਵਾਈ ਖਾਣੀ ਪੈਣੀ, ਡਾਕਟਰ ਕਹਿੰਦਾ ਆ, ਪ੍ਰਭੂ ਯਿਸੂ ਮਸੀਹ ਛੁਡਾਉਂਦਾ ਆ। ਬੋਲੋ ਹਾਲੇਲੂਇਆ। ਪਰ मत डरिए, प्रेयर करिए, घुटने टेकिए, रोजा रखिए, दुआ करिए, परमेश्वर तुम्हारी प्रार्थना सुन के उत्तर देगा। बोलो हालेलुया। पढ़िए के पढ़िए। मैं ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਹਾਂ, ਕਹਿੰਦਾ ਮੈਂ ਤੁਹਾਨੂੰ ਆਖਦਾ। ਕੌਣ ਕਹਿ ਰਿਹਾ? ਪ੍ਰਭੂ ਯਿਸੂ। ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਮੰਗੋਗੇ ਤਾਂ ਕਿਉਂ? ਤੇ ਮੰਗਣਾ ਹੀ ਛੱਡਿਆ ਹੈ, ਦਵਾਈ ਨਹੀਂ ਤੇ ਮੰਗਣਾ ਕਿ। ਕਈ ਕਹਿੰਦੇ ਅਸੀਂ ਤੁਰੇ ਫਿਰਦੇ ਦੁਆ ਕਰਦੇ। ਕਿੱਦਾਂ ਕਰਦੇ ਆ? ਤੁਰੇ ਫਿਰਦੇ ਦੁਆ ਕਰਦੇ। ਤੁਸੀਂ ਜਦੋਂ ਬੱਚਿਆਂ ਨੂੰ ਸਿਖਾਉਣੀ ਆ ਰੋਟੀ ਖਾਣੀ, ਕਿੱਦਾਂ ਸਿਖਾਈ ਦੀ ਹੈ ਜੀ? ਇੱਕ ਜਗ੍ਹਾ ਬਹਿ ਕੇ ਰੋਟੀ ਖਾਈ ਦੀ ਹੁੰਦੀ ਹੈ। ਤੁਰੇ ਫਿਰਦੇ ਰੋਟੀ ਖਾਈ ਦੀ? ਬਾਹਰੋਂ ਝਾੜੂ ਲਾਉਂਦੇ ਨਾਲ ਨਾਲ ਰੋਟੀ ਵੀ ਖਾਈ ਜਾਂ ਘੁੱਗੂ ਬਣਾ। ਦੱਸੋ ਚੰਗਾ ਲੱਗੂ? ਕਈ ਤੁਰੇ ਫਿਰਦੇ ਹੀ ਦੁਆ ਕਰਦੇ ਸੀ। ਤੁਰੇ ਫਿਰਦੇ ਹੀ ਦੁਆ ਕਰੀ ਜਾਂਦੇ। ਤੁਰੇ ਫਿਰਦੇ ਆਪਣੇ ਘੁਟਨੇ ਟੇਕੋ ਖੁਦਾ ਦੇ ਕੇ, ਤੁਹਾਡੀ ਦੁਆ ਖੁਦਾ ਸੁਣੂਗਾ। ਬੋਲੋ ਹਾਲੇਲੂਇਆ। ਕਿਉਂਕਿ ਉਹਦੇ ਵਚਨ ਨੂੰ ਪੂਰਾ ਕਰਦੇ ਪਏ ਆ। ਉਹ ਕਹਿੰਦਾ ਮੰਗੋਗੇ ਤਾਂ ਤੁਹਾਨੂੰ, ਇਹੋ ਹੀ ਪਤਾ ਸਾਰਿਆਂ ਨੂੰ, ਇਹੋ ਹੀ ਦੁਆ ਚ ਪਹਿਲੀ ਸਰਟ ਬੰਦਾ ਇਹੋ ਹੀ ਬੋਲਦਾ, ਪ੍ਰਭੂ ਜੀ ਤੁਹਾਡੇ ਕਲਾਮ ਵਿੱਚ ਲਿਖਿਆ ਮੰਗੋਗੇ ਤੁਹਾਨੂੰ। ਹਫ਼ਤੇ ਕੁ ਬਾਅਦ ਤੂੰ ਮੰਗਣ ਆਇਆ ਤੇ ਹੁਣ ਕਹਿੰਦਾ ਸਭ ਕੁਝ ਹੀ ਦੇ ਦੇ। ਤੇ ਉਹ ਕੀ ਕਹਿੰਦਾ ਹੈ? ਉਹ ਕੀ ਕਹਿੰਦਾ? ਮੇਰੇ ਪ੍ਰਾਰਥਨਾ। ਅਸੀਂ ਕਦੋਂ ਮੰਗਦੇ ਆ? ਹਫ਼ਤੇ ਕੁ ਬਾਅਦ, 15 ਦਿਨਾਂ ਬਾਅਦ, ਜਾਂ ਕਿਤੇ ਮਾੜਾ ਮੋਟਾ ਤੰਗ ਹੋ ਗਏ, ਜਾਂ ਕਿਤੇ ਡਰ ਲੱਗਾ, ਫੇਰ ਦੁਆ ਕਰਨੀ, ਹਾਲੇਲੂਇਆ ਪ੍ਰਭੂ ਯਿਸੂ ਮਸੀਹ ਜੀ ਤੂੰ ਕਿਆ ਮੰਗੋਗੇ ਦਿੱਤਾ ਜਾਵੇਗਾ, ਖੜਕਾਓਗੇ ਤੁਹਾਡੇ ਲਈ ਖੋਲਿਆ ਜਾਊਗਾ। ਉਹ ਕਹਿੰਦਾ ਤੈਨੂੰ ਬਾਕੀ ਨਹੀਂ ਪਤਾ? ਤੈਨੂੰ ਮੇਰੇ ਖੁਦਾ ਦੇ ਸੇਵਕ ਨੇ ਪੜ੍ਹਾਇਆ ਵੀ ਸੀ ਕਿ ਨਿਰੰਤਰ ਨਿਤ ਮੰਗੋਗੇ ਤੁਹਾਨੂੰ ਅੱਗੇ ਢੂੰਡੋ ਤਾਂ ਤੁਹਾਨੂੰ ਲੱਭੇਗਾ। ਜੇ ਤੁਸੀਂ ਲੱਭਣ ਜਾਓਗੇ, ਢੂੰਡੋਗੇ ਤਾਂ ਫੇਰ ਕੀ ਆ? ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਜੇ ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਉਹ ਦੋਸਤ ਨੇ ਖੜਕਾਇਆ ਕਿ ਨਹੀਂ ਖੜਕਾਇਆ? ਅੰਦਰੋਂ ਕੀ ਆਇਆ? ਜਵਾਬ, ਅਸੀਂ ਨਹੀਂ ਦੇਣੀਆਂ ਰੋਟੀਆਂ। ਕਹਿੰਦਾ ਕੋਈ ਗੱਲ ਨਹੀਂ, ਜਦੋਂ ਹੈ ਹੀ ਤੇਰੇ ਕੋਲ ਤਾਂ ਵੀ ਜਾਣਾ ਕਿੱਥੇ? ਜਦੋਂ ਹੈ ਹੀ ਪ੍ਰਭੂ ਯਿਸੂ ਮਸੀਹ ਤੇਰੇ ਕੋਲ ਆ ਮੇਰੀ ਬਿਮਾਰੀ ਦਾ ਇਲਾਜ, ਪ੍ਰਭੂ ਯਿਸੂ ਮਸੀਹ ਮੇਰੀਆਂ ਮੁਸ਼ਕਿਲਾਂ ਦਾ ਹੱਲ ਤੇਰੇ ਕੋਲ ਆ, ਤੇ ਦਰਵਾਜ਼ਾ ਖੜਕਾਉਣਾ ਵੀ ਮੈਂ, ਦਰਵਾਜ਼ਾ ਖੜਕਾਉਣਾ ਵੀ ਮੈਂ ਤੇਰਾ ਹੀ ਆ। ਅੱਜ ਨਹੀਂ ਤੇ ਕੱਲ ਨੂੰ ਤੈਨੂੰ ਬਰਕਤ ਮੈਨੂੰ ਦੇਣੀ ਪੈਣੀ ਹੈ। ਬੋਲੋ ਹਾਲੇਲੂਇਆ। ਇੱਕ ਲਾਈਨ ਹੋਰ ਪੜਾਂਗੇ, ਮਰਕੁਸ ਦੀ ਇੰਜੀਲ 7 ਅਧਿਆਏ ਉਹਦੀ 24 ਆਇਤ ਤੋਂ ਪੜ੍ਹੀਏ। ਮਰਕੁਸ ਦੀ ਇੰਜੀਲ 7 ਅਧਿਆਏ ਦੀ 24 ਆਇਤ ਦੇਖਾਂਗੇ। ਮਰਕੁਸ 7 ਦੀ 24 ਤੋਂ। ਫਿਰ ਉਹ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੀਆਂ ਹੱਥਾਂ ਵਿੱਚ ਆਇਆ ਔਰ ਇੱਕ ਘਰ ਵਿੱਚ ਗਿਆ ਅਤੇ ਚਾਹੁੰਦਾ ਸੀ ਭਈ ਇੱਥੇ ਕਿਸੇ ਨੂੰ ਖਬਰ ਨਾ ਹੋਵੇ, ਪਰ ਉਹ ਲੁਕਿਆ ਨਾ ਰਹਿ ਸਕਿਆ। ਹਾਂ, ਪ੍ਰਭੂ ਯਿਸੂ ਮਸੀਹ ਸੂਰ ਸੈਦਾ ਦੇ ਇੱਕ ਘਰ ਵਿੱਚ ਗਏ ਔਰ ਉਹਨਾਂ ਨੇ ਇਹ ਚਾਹਿਆ ਕਿ ਜੇ ਮੈਂ ਆਇਆ ਤੇ ਮੇਰਾ ਕਿਸੇ ਨੂੰ ਪਤਾ ਨਾ ਲੱਗੇ, ਮੈਂ ਇੱਥੇ ਹੀ ਘਰ 'ਚ ਹੀ ਰਹਿਣਾ ਚਾਹੁੰਦਾ, ਇੱਥੇ ਚਲੇ ਜਾਣਾ ਚਾਹੁੰਦਾ। ਪਰ ਉਹਨਾਂ ਦਾ ਲੁਕੇ ਨਹੀਂ ਰਹੇ, ਪਰਦਾ ਨਹੀਂ ਹੋਇਆ। ਉਹ ਪਤਾ ਚੱਲ ਗਿਆ ਕਿ ਵੀ ਯਿਸੂ ਮਸੀਹ ਇਸ ਘਰ ਵਿੱਚ ਆਏ। ਹਾਂ, ਕਿਉਂ ਜੋ ਉਵੇਂ ਇੱਕ ਟੀਵੀ
ਜਿਹਦੀ ਛੋਟੀ ਧੀ ਨੂੰ ਭ੍ਰਿਸ਼ਟ ਆਤਮਾ ਚੰਬੜਿਆ ਹੋਇਆ ਸੀ, ਉਹਦੀ ਖਬਰ ਸੁਣ ਕੇ ਆਈ ਅਤੇ ਉਹਦੇ ਪੈਰੀਂ ਪਈ। ਹਾਂ, ਇੱਥੇ ਇੱਕ ਭੈਣ ਆਈ ਆ, ਇਹਦੀ ਕੁੜੀ ਨੂੰ ਕੀ ਆ? ਦੁਸ਼ਟ ਆਤਮਾ ਚੁੰਬੜੀਆਂ ਹੋਈਆਂ ਹੈ, ਔਰ ਦੁਸ਼ਟ ਆਤਮਾ ਚੁੰਬੜੀਆਂ, ਪਰ ਇਹਨੂੰ ਪਤਾ ਕਿ ਚੰਗਾ ਕੌਣ ਕਰ ਸਕਦਾ ਹੈ। ਇਹਨੇ ਸੁਣਿਆ ਲੋਕਾਂ ਕੋਲੋਂ ਕਿ ਯਿਸੂ ਮਸੀਹ ਬਿਮਾਰਾਂ ਨੂੰ ਚੰਗਾ ਕਰਦੇ ਆ, ਦੁਸ਼ਟ ਆਤਮਾ ਨੂੰ ਕੱਢ ਦਿੰਦੇ ਆ, ਔਰ ਮੁਰਦਿਆਂ ਨੂੰ ਜਿੰਦਾ ਕਰ ਦਿੰਦੇ ਆ। ਇਹਨੂੰ ਇਸ ਗੱਲ ਦਾ ਪਤਾ ਹੈ, ਔਰ ਇਹ ਉਸੇ ਵਿਸ਼ਵਾਸ ਨਾਲ ਪ੍ਰਭੂ ਯਿਸੂ ਮਸੀਹ ਕੋਲ ਆਏ ਕਿ ਮੇਰੀ ਬੇਟੀ ਠੀਕ ਹੋ ਜਾਊਗੀ। ਉਹਨੇ ਉਹਦੇ ਆਣ ਕੇ ਪੈਰੀਂ ਪੈ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਅਰਜ਼ ਕੀਤੀ। ਹਾਂ, ਉਹ ਤੀਵੀਂ ਯੂਨਾਨਣ ਅਤੇ ਜਨਮ ਦੀ ਸੁਰਖਿੰਕਣ ਸੀ। ਹਾਂ, ਉਸਨੇ ਉਹਦੇ ਅੱਗੇ ਅਰਜ਼ ਕੀਤੀ, ਜੋ ਤੁਸੀਂ ਮੇਰੀ ਧੀ ਵਿੱਚੋਂ ਖੂਨ ਕੱਢ ਦਿਓ। ਹਾਂ, ਉਹ ਅੰਨੇ ਜਾਤੀ ਦੀ ਔਰਤ ਸੀ। ਹਾਂ, ਪਰ ਉਹਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦਿਓ, ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਅੱਛੀ ਨਹੀਂ ਹੈ। ਦੇਖੋ ਜਵਾਬ ਆਇਆ, ਆਈ ਤਾਂ ਚੰਗਿਆਈ ਵਾਸਤੇ ਆ, ਪਰ ਯਿਸੂ ਮਸੀਹ ਨੇ ਕਿਹਾ ਮੈਂ ਆਪਣੇ ਬਾਲਕਾਂ ਨੂੰ ਦੇਣੀ ਆ। ਇਹ ਜਿਹੜੀ ਰੋਟੀ ਮੇਰੇ ਬਾਲਕਾਂ ਦੀ ਆ, ਇਹ ਜਿਹੜੀ ਚੰਗਿਆਈ ਮੇਰੇ ਬੱਚਿਆਂ ਦੀ ਆ, ਇਹ ਜਿਹੜੀ ਬਾਣੀ ਮੈਂ ਆਪਣੇ ਬੱਚਿਆਂ ਨੂੰ ਸੁਣਾਉਣਾ ਆ, ਇਹ ਜਿਹੜੀ ਰੋਟੀ ਆ, ਇਹ ਕਤੂਰਿਆਂ ਨੂੰ ਨਹੀਂ ਪਾਈ ਜਾਂਦੀ। ਦੇਖੋ ਜਵਾਬ ਆਇਆ, ਪ੍ਰਭੂ ਯਿਸੂ ਮਸੀਹ ਨੇ ਇਹਨੂੰ ਜਵਾਬ ਦਿੱਤਾ ਆ, ਮੈਂ ਇਹ ਜਿਹੜੇ ਬੱਚੇ ਨੇ ਆ, ਇਹ ਜਿਹੜੀ ਚੰਗਿਆਈ ਆ, ਕਤੂਰਿਆਂ ਨੂੰ ਨਹੀਂ ਦੇਣੀ। ਕੁੱਤੇ ਕਿਹਾ ਗਿਆ, ਮੈਂ ਨਹੀਂ ਕੁਛ ਕਰਨਾ ਚਾਹੁੰਦਾ। ਜਵਾਬ ਹੈ ਉਸ ਔਰਤ ਨੂੰ, ਨੋ ਨੋ ਨੋ। ਪਰ ਇਸ ਔਰਤ ਨੂੰ ਪਤਾ ਆ ਕਿ ਅਗਰ ਕੋਈ ਚੰਗਾ ਕਰ ਸਕਦਾ ਤੇ ਉਹ ਪ੍ਰਭੂ ਯਿਸੂ ਮਸੀਹ ਹੈ। ਮੇਰੀ ਬੇਟੀ ਤੋਂ ਦੁਸ਼ਟ ਆਤਮਾ ਕੋਈ ਕੱਢ ਸਕਦਾ ਹੈ ਤੇ ਉਹ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ। ਪੜ੍ਹੀਏ ਅੱਗੇ। ਉਸਨੇ ਉਹਨੂੰ ਉੱਤਰ ਦਿੱਤਾ, ਠੀਕ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ ਪੂਰੇ ਖਾਂਦੇ ਹਨ। ਬੋਲੋ ਹਾਲੇਲੂਇਆ। ਕਿੰਨੀ ਦੀਨਤਾ, ਮੰਗਣਾ ਨਹੀਂ ਛੱਡਿਆ। ਸੁਣ ਕੇ ਆਕੜ ਚ ਆ ਜਾਂਦਾ, ਮੈਨੂੰ ਤੇ ਕਤੂਰੇ ਕਹਿੰਦਾ, ਨਹੀਂ ਤੇ ਨਾ ਸਹੀ। ਜੇ ਚਲੀ ਨਹੀਂ ਜਾਂਦੀ ਤੇ ਨੁਕਸਾਨ ਕਿਹਦਾ ਹੋਣਾ ਸੀ? ਬੋਲਦੇ ਨਹੀਂ। ਤੁਸੀਂ ਇੱਥੇ ਨਾ ਆਓ। ਮੰਨ ਲਓ ਤੁਸੀਂ ਤੁਹਾਡੇ ਲਾਗਲੀ ਭੈਣ ਜਿਹੜੀ ਆ ਇਹ ਚੰਗੀ ਨਹੀਂ ਆ, ਇਹਦਾ ਕਰਕੇ ਗੁੱਸੇ ਨਾਲ ਤੁਸੀਂ ਨਾ ਆਓ, ਜਾਂ ਲਾਗਲਾ ਭਾਈ ਤੁਹਾਡਾ ਜਿਹੜਾ ਬਹਿੰਦਾ ਇਹ ਚੰਗਾ ਨਹੀਂ, ਇਹਦੇ ਗੁੱਸੇ ਕਰਕੇ ਨਾ ਆਓ, ਤੇ ਨੁਕਸਾਨ ਕਿਹਦਾ? ਮੈਂ ਨਹੀਂ ਆਇਆ ਕਰਨਾ ਤੇ ਨੁਕਸਾਨ ਕਿਹਦਾ? ਨਹੀਂ ਆਉਣਾ ਤੇ ਕੋਈ ਗੱਲ ਨਹੀਂ, ਨੁਕਸਾਨ ਤਾਂ ਅਕਸਰ ਫਿਰ ਵੀ ਸਾਡਾ ਹੀ ਹੋਣਾ। ਤੇ ਉਹ ਪ੍ਰਭੂ ਯਿਸੂ ਮਸੀਹ ਦਾ ਨੁਕਸਾਨ ਨਹੀਂ ਹੋਣਾ, ਸੰਗਤ ਦਾ ਨੁਕਸਾਨ ਨਹੀਂ ਹੋਣਾ, ਪਾਸਟਰ ਦਾ ਨੁਕਸਾਨ ਨਹੀਂ ਹੋਣਾ, ਮੇਰਾ ਆਪਣਾ ਨੁਕਸਾਨ ਹੋਣਾ। ਜੇ ਚਲੀ ਜਾਂਦੀ ਤਾਂ ਇਹਦੇ ਤੇ ਬਰਕਤ ਨਹੀਂ। ਇਹਨੂੰ ਕਤੂਰੇ ਕਿਹਾ। ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਇਹ ਬੱਚਿਆਂ ਦਾ, ਬਾਲਕਾਂ ਦਾ ਖਾਣਾ ਕਤੂਰਿਆਂ ਨੂੰ ਨਹੀਂ ਪਾਈਦਾ। ਪਰ ਉਸ ਔਰਤ ਨੂੰ ਪਤਾ ਸੀ ਅਗਰ ਕੋਈ ਚੰਗਾ ਕਰ ਸਕਦਾ ਤੇ ਉਹ ਇਹੋ ਹੀ ਸਰਵ ਸ਼ਕਤੀਮਾਨ ਪ੍ਰਭੂ ਯਿਸੂ ਮਸੀਹ ਕਰ ਸਕਦੇ। ਇਹਦੇ ਤੋਂ ਮੈਂ ਦੌੜ ਕੇ ਕਿਤੇ ਨਹੀਂ ਜਾਣਾ। ਉਹ ਕਹਿੰਦੀ ਮੈਨੂੰ ਪਤਾ ਕਤੂਰਿਆਂ ਨੂੰ ਨਹੀਂ ਪਾਈਦਾ, ਪਰ ਬੱਚਿਆਂ ਦਾ ਡਿੱਗਿਆ ਹੋਇਆ ਚੂਰਾ ਭੂਰਾ ਕਤੂਰੇ ਹੀ ਖਾਂਦੇ। ਆਪਣੇ ਆਪ ਨੂੰ ਕਿੱਥੋਂ ਤੱਕ ਦੀਨ ਕਰ ਲਿਆ, ਕਿੱਥੋਂ ਤੱਕ ਨੀਵਾਂ ਕਰ ਲਿਆ, ਕਿੱਥੋਂ ਤੱਕ ਬਰਕਤ ਪਾਉਣ ਵਾਸਤੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆਪਣੇ ਆਪ ਨੂੰ ਅਧੀਨ ਕਰ ਦਿੱਤਾ। ਮੈਂ ਤੇਰੇ ਕੋਲ ਨਹੀਂ ਜਾਣਾ, ਭਾਵੇਂ ਤੂੰ ਮੈਨੂੰ ਕਤੂਰੇ ਵੀ ਕਹਿ ਲੈ, ਮੈਂ ਤੈਨੂੰ ਤੇਰੇ ਕੋਲੋਂ ਮੰਗਣਾ ਨਹੀਂ ਛੱਡਣਾ, ਭਾਵੇਂ ਤੂੰ ਮੈਨੂੰ ਜੋ ਮਰਜ਼ੀ ਕਹਿ ਲੈ। ਮੈਨੂੰ ਪਤਾ ਮੇਰੀ ਕੁੜੀ ਠੀਕ ਹੋ ਸਕਦੀ ਆ ਤਾਂ ਸਵਾਬ ਤੇਰੀ ਕੋਲੋਂ ਹੀ ਹੋ ਸਕਦੀ ਹੈ, ਸਵਾਏ ਤੇਰੇ ਤੋਂ ਕੋਈ ਚੰਗਾ ਨਹੀਂ ਕਰ ਸਕਦਾ। ਅਗਰ ਮੇਰੀਆਂ ਮੁਸ਼ਕਲਾਂ ਦਾ ਹੱਲ ਅਗਰ ਕੋਈ ਕਰ ਸਕਦਾ ਹੈ ਤੇ ਉਹ ਪ੍ਰਭੂ ਯਿਸੂ ਮਸੀਹ ਕਰ ਸਕਦੇ ਆ। ਮੈਂ ਤੇਰੇ ਕੋਲੋਂ ਮੰਗਣਾ ਨਹੀਂ ਛੱਡਣਾ, ਮੈਂ ਨਿਤ ਪ੍ਰਾਰਥਨਾ ਕਰੂੰਗਾ, ਮੈਂ ਨਿਤ ਪ੍ਰਭੂ ਯਿਸੂ ਮਸੀਹ ਦੇ ਕਦਮਾਂ 'ਚ ਬੈਠੂੰਗਾ, ਮੈਂ ਨਿਤ ਪ੍ਰਭੂ ਦਾ ਦਰਵਾਜ਼ਾ ਖੜਕਾਉਂਗਾ, ਮੈਂ ਨਿਤ ਪ੍ਰਭੂ ਨੂੰ ਕਹੂੰਗਾ ਪ੍ਰਭੂ ਮੈਨੂੰ ਚੰਗਾ ਕਰ, ਮੇਰੀ ਬਿਮਾਰੀ ਮੇਰੇ ਤੋਂ ਚਲੀ ਜਾ। ਮੈਂ ਨਿਤ ਪ੍ਰਾਰਥਨਾ ਕਰੂੰਗਾ ਪ੍ਰਭੂ ਮੈਨੂੰ ਗਰੀਬੀ ਚੋਂ ਕੱਢ ਲੈ, ਮੈਨੂੰ ਕਰਜ਼ੇ ਤੋਂ ਕੱਢ ਲੈ, ਪ੍ਰਭੂ ਮੇਰੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪੂਰਾ ਕਰ ਦੇ। ਮੈਂ ਨਿਤ ਪ੍ਰਾਰਥਨਾ ਕਰੂੰਗਾ। I will pray every day। ਮੈਂ ਹਰ ਰੋਜ਼ ਪ੍ਰੇਅਰ ਕਰੂੰਗਾ। ਜਿਹੜਾ ਰੋਜ਼ ਪ੍ਰੇਅਰ ਕਰੂਗਾ ਉਹਦੀ ਪ੍ਰਾਰਥਨਾ ਨੂੰ ਸੁਣ ਕੇ ਖੁਦਾ ਉੱਤਰ ਦੇਊਗਾ। ਬੋਲੋ ਹਾਲੇਲੂਇਆ। ਦੋਸਤ ਤੇ ਜਵਾਬ ਦਿੰਦਾ ਹੈ ਪਰ ਉਹਦੇ ਢੀਠ ਪੁਣੇ ਕਰਕੇ ਰੋਟੀਆਂ ਮਿਲਣਗੀਆਂ।
ਅੱਜ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਮੈਂ ਨਹੀਂ ਇਹ ਤੈਨੂੰ ਦੇਣਾ, ਇਹ ਤਾਂ ਮੇਰੇ ਬਾਲਕਾਂ ਦਾ ਹੈ। ਉਹ ਕਹਿੰਦੀ ਠੀਕ ਆ ਤੇਰੇ ਬਾਲਕਾਂ ਦਾ, ਪਰ ਜਿਹੜਾ ਕੋਈ ਝੂਰਾ ਪੂਰਾ ਡਿੱਗੂਗਾ ਉਹ ਕਤੂਰੇ ਖਾਂਦੇ। ਅੱਗੇ ਪੜ੍ਹੀਏ, ਦੇਖੋ ਕੀ ਹੋਇਆ। ਤਦ ਉਹਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚਲੀ ਜਾ, ਭੂਤ ਤੇਰੀ ਧੀ ਵਿੱਚੋਂ ਨਿਕਲ ਗਿਆ। ਬੋਲੀਏ ਹਾਲੇਲੂਇਆ। ਕਾਹਦਾ ਕਰਕੇ? ਇਸੇ ਹੀ ਗੱਲ ਕਰਕੇ ਕਿ ਤੂੰ ਇੱਥੋਂ ਤੱਕ ਈਮਾਨ ਰੱਖਦੀ ਆ, ਇੱਥੋਂ ਤੱਕ ਤੂੰ ਮੇਰੇ ਉੱਤੇ ਭਰੋਸਾ ਰੱਖਦੀ ਆ, ਇੱਥੋਂ ਤੱਕ ਤੂੰ ਮੇਰੇ ਨਾਲ ਪਿਆਰ ਕਰਦੀ ਆ, ਜਾ ਚਲੀ ਜਾ। ਇਸ ਗੱਲ ਕਰਕੇ ਨਾ ਤੇ ਪ੍ਰੇਅਰ ਕੀਤੀ, ਨਾ ਕੋਈ ਪ੍ਰੇਅਰ ਕਰਕੇ ਤੇਲ ਦਿੱਤਾ, ਨਾ ਕੋਈ ਪਾਣੀ ਦਾ ਛਿੱਟਾ ਮਾਰਨ ਨੂੰ ਕਿਹਾ, ਨਾ ਕੋਈ ਗੱਲ ਕਹੀ। ਪਰਮੇਸ਼ਰ ਨੇ ਕਿਹਾ ਤੇਰੇ ਈਮਾਨ ਤੂੰ ਇਦਾਂ ਦਾ ਰੱਖਦੀ ਆ, ਆਪਣੇ ਆਪ ਨੂੰ ਨੀਵਾ ਇੱਥੋਂ ਤੱਕ ਕਰਦੀ ਆ, ਆਪਣੇ ਆਪ ਨੂੰ ਦੀਨ ਇੱਥੋਂ ਤੱਕ ਕੀਤਾ ਆ। ਇਸੇ ਹੀ ਗੱਲ ਕਰਕੇ, ਇਸ ਗੱਲ ਕਰਕੇ ਤੇਰੀ ਕੁੜੀ ਚੋਂ ਕੀ ਲਿਖਿਆ, ਪੜੋ ਜਰਾ। ਤਦ ਉਹਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚਲੀ ਜਾ, ਭੂਤ ਤੇਰੀ ਧੀ ਵਿੱਚੋਂ ਨਿਕਲ ਗਿਆ। ਬੋਲੋ ਹਾਲੇਲੂਇਆ। ਇਹ ਨਹੀਂ ਕਿਹਾ ਨਿਕਲ ਜਾਣਗੇ, ਇਹ ਨਹੀਂ ਕਿਹਾ। ਕੀ ਕਿਹਾ? ਨਿਕਲ ਗਿਆ ਹੈ। ਉਹ ਜੇ ਇੱਥੇ ਹੀ ਆ, ਪਰ ਕੁੜੀ ਚ ਭੂਤ। ਬੋਲੋ ਹਾਲੇਲੂਇਆ। ਕਾਹਦਾ ਕਰਕੇ? ਬਾਰ ਜਵਾਬ ਵੀ ਆ ਗਿਆ, ਜਵਾਬ ਵੀ ਦੇਤਾ ਕਿ ਨਹੀਂ ਅਸੀਂ ਨਹੀਂ ਕਰਨਾ। ਵੀ ਕਹਿੰਦੀ ਕੋਈ ਗੱਲ ਕਿੱਦਾਂ ਨਹੀਂ ਕਰਨਾ, ਜਦੋਂ ਹੋਣਾ ਹੀ ਤੁਹਾਡੇ ਕੋਲੋਂ ਆ ਤੇ ਤੇਰਾ ਪੱਲਾ ਛੱਡ ਕੇ ਮੈਂ ਕਿੱਦਾਂ ਜਾਵਾਂ? ਜਦੋਂ ਹਾਲ ਹੀ ਤੇਰੇ ਕੋਲ ਆ, ਜਦੋਂ ਪਰਮੇਸ਼ਵਰ ਹੀ ਤੂੰ ਆ, ਤੇ ਮੈਂ ਤੇਰੀ ਬੇਟੀ ਬਣਾਈ ਗਈ ਆ, ਮੈਂ ਤੇਰਾ ਬੇਟਾ ਬਣਾਇਆ ਗਿਆ। ਤੂੰ ਹੀ ਮੈਨੂੰ ਕਲਾਮ ਵਿੱਚ ਲਿਖਿਆ, ਮੰਗੋਗੇ ਤਾਂ ਤੂੰ ਹੀ ਮੈਨੂੰ ਕਲਾਮ ਵਿੱਚ ਸਿਖਾਇਆ ਕਿ ਉਹਦੇ ਢੀਠ ਪੁਣੇ ਦੇ ਕਰਕੇ ਬਾਰ-ਬਾਰ ਪ੍ਰੇਅਰ ਕਰਨ ਕਰਕੇ ਉਹਨੂੰ ਰੋਟੀਆਂ ਜਿਹੜੀਆਂ ਦੀ ਲੋੜ ਆ ਦਊਂਗਾ। ਤਾਂ ਫਿਰ ਮੈਂ ਵੀ ਤੇ ਤੇਰੇ ਕੋਲੋਂ ਬਾਰ-ਬਾਰ ਹੀ ਮੰਗਣਾ। ਆਪਣੀ ਦੁਆ ਕਰਨੀ ਨਾ ਬੰਦ ਕਰੋ, ਆਪਣਾ ਦੁਆ ਕਰਨਾ ਕਦੀ ਬੰਦ ਨਾ ਕਰੋ। ਹਰ ਰੋਜ਼ ਪ੍ਰੇਅਰ ਕਰੋ, ਹਰ ਰੋਜ਼ ਪ੍ਰੇਅਰ ਕਰੋ। ਮੈਂ ਆਪਣੇ ਜੀਵਨ ਵਿੱਚ ਇੰਨੀ ਕਿ ਮੈਨੂੰ ਪ੍ਰਭੂ ਯਿਸੂ ਮਸੀਹ ਤੇ ਭਰੋਸਾ ਹੋਇਆ, ਜਿਹੜੀ ਪ੍ਰਾਰਥਨਾ ਮੈਂ ਕਰਦਾ ਰਹੂੰਗਾ ਉਹ ਆਪਣੇ ਸਮੇਂ ਤੇ ਪੂਰੀ ਹੁੰਦੀ। ਇਹ ਪੱਕੀ ਗੱਲ ਆ, ਇਹ ਮੈਨੂੰ ਇਹਦੇ ਤੇ 100% ਤੋਂ ਜ਼ਿਆਦਾ ਮੈਨੂੰ ਭਰੋਸਾ ਹੋ ਚੁੱਕਾ ਹੈ। ਜਿਹੜੀ ਪ੍ਰਾਰਥਨਾ ਮੈਂ ਕਰਦਾ ਰਹੂੰਗਾ, ਪ੍ਰਭੂ ਜੀ ਆਹ ਕੰਮ ਹੋਣਾ ਚਾਹੀਦਾ, ਅਵਸ਼ਯ ਖੁਦਾ ਆਪਣੇ ਸਮੇਂ ਤੇ ਉਹਨੂੰ ਪੂਰਾ ਕਰਦੇ ਕਰ। ਤੇ ਮੈਂ ਤੁਹਾਨੂੰ ਵੀ ਦੱਸਣਾ ਚਾਹੂੰਗਾ, ਪ੍ਰਾਰਥਨਾ ਕਰਦੇ ਰਹੋ, ਨਿਰਾਸ਼ ਨਾ ਹੋਇਆ ਕਰੋ। ਇਹ ਨਹੀਂ ਗੱਲ ਕਹਿਣੀ ਹੋਇਆ ਨਹੀਂ, ਹੋਊਗਾ, ਨਹੀਂ ਹੋਣਾ, ਕਦੀ ਵੀ ਨਹੀਂ ਹੋਊਗਾ, ਕਿਉਂਕਿ ਦਰਵਾਜ਼ਾ ਕਿਹਦਾ ਖੜਕਾਉਣੇ ਪਏ? ਰਾਜੇ ਦੇ ਘਰ ਉਸੇ ਗੱਲ ਦੀ ਕਮੀ ਨਹੀਂ। ਜਿਹਦੇ ਅੰਦਰ ਰੋਟੀਆਂ ਪਈਆਂ ਆ, ਤੁਹਾਨੂੰ ਭਰੋਸਾ ਹੈ ਮੇਰੇ ਦੋਸਤ ਕੋਲ ਖਾਣਾ ਹੈਗਾ। ਤੇ ਜੇ ਸਾਡੇ ਵਰਗਾ ਵਿਸ਼ਵਾਸੀ ਹੁੰਦਾ, ਉਹਨੇ ਇਹਦਾ ਗੇਟ ਛੱਡ ਕੇ ਤੇ ਨਾਲ ਦੇ ਨਾਲ ਖੜਕਾਉਣ ਚੱਲ ਜਾਣਾ, ਤੇ ਨਾਲ ਉਹਨੂੰ 4 ਗੱਲਾਂ ਦੱਸ ਕੇ ਆਉਣੇ, ਦੇਖ ਲਓ ਰੋਟੀਆਂ ਨਹੀਂ ਦਿੱਤੀਆਂ। ਇੰਨੀ ਕਾਹਦੀ ਨੀਂਦ ਆ ਗਈ? ਪਰ ਨਹੀਂ, ਉਹਨੂੰ ਪਤਾ ਸੀ ਤੇਰੇ ਕੋਲ ਤੂੰ ਹੀ ਮੇਰਾ ਮਿੱਤਰ ਆ, ਤੇ ਤੇਰੇ ਕੋਲ ਮਿਲਣੀ ਆ, ਜਵਾਬ ਤੂੰ ਦੇਈ ਜਾ, ਪਰ ਮੈਂ ਤੇਰਾ ਦਰਵਾਜ਼ਾ ਖੜਕਾਉਣਾ, ਮੈਂ ਨਿਤ ਪ੍ਰਾਰਥਨਾ ਕਰਨੋਂ ਨਹੀਂ ਰੁਕਣਾ, ਮੈਂ ਰੋਜ਼ ਪ੍ਰਾਰਥਨਾ ਕਰਨੋਂ ਨਹੀਂ ਰੁਕਣਾ, ਮੈਂ ਰੋਜ਼ ਪ੍ਰੇਅਰ ਕਰੂੰਗਾ, ਰੋਜ਼ ਕਹੂੰਗਾ ਆਏ ਖੁਦਾ ਮੇਰੇ ਤੇ ਦਇਆ ਕਰ ਦੇ, ਆਏ ਖੁਦਾ ਮੇਰੇ ਬੱਚਿਆਂ ਤੇ ਕਿਰਪਾ ਕਰ ਦੇ। ਮੇਰੇ ਬੱਚੇ ਨਸ਼ਿਆਂ ਵਿੱਚ ਚਲੇ ਗਏ, ਮੇਰੇ ਬੱਚਿਆਂ ਤੂੰ ਮੋੜਦਾ ਪ੍ਰਭੂ ਨੇ ਨਸ਼ਿਆਂ ਚੋਂ। ਮੇਰਾ ਪਤੀ ਨਸ਼ਿਆਂ ਵਿੱਚ ਚਲਾ ਗਿਆ, ਮੇਰੇ ਪਤੀ ਨੂੰ ਮੋੜ ਲਾ। ਮੇਰੀ ਪਤਨੀ ਦਾ ਸੁਭਾਅ ਬਹੁਤ ਗੁੱਸੇ ਖੋਰਿਆ, ਮੇਰੀ ਪਤਨੀ ਦਾ ਸੁਭਾਅ ਬਦਲ ਦੇ। ਮੈਨੂੰ ਕਰਜ਼ੇ ਨੇ ਆਣ ਕੇ ਦਬੋਚ ਲਿਆ ਆ, ਮੈਂ ਕਰਜ਼ੇ ਕਰਕੇ ਪਰੇਸ਼ਾਨੀ ਦੀ ਹਾਲਾਤ ਵਿੱਚ ਆ, ਮੈਨੂੰ ਕਰਜ਼ੇ ਤੋਂ ਮੁਕਤ ਕਰ ਦੇ। ਰੋਜ਼ ਪ੍ਰਭੂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੀਏ, ਖੁਦਾ ਵੱਡੇ ਵੱਡੇ ਇੰਤਜ਼ਾਮ ਕਰਨ ਦੀ ਤਾਕਤ ਰੱਖਦਾ। ਬੋਲੋ ਹਾਲੇਲੂਇਆ। ਹਰ ਰੋਜ਼ ਪ੍ਰੇਰ ਕਰੋ, ਹਰ ਰੋਜ਼ ਉਸ ਗੱਲ ਨੂੰ ਕਹੋ, ਪ੍ਰਭੂ ਇਹ ਕਦੋਂ ਹੋਊਗਾ? ਮੈਨੂੰ ਪਤਾ ਤੂੰ ਮੇਰੇ ਲਈ ਕਰੇਗਾ, ਮੈਨੂੰ ਭਰੋਸਾ ਤੇਰੇ ਤੇ, ਮੈਨੂੰ ਈਮਾਨ ਤੇਰੇ ਤੇ।
ਪਰ ਤੁਹਾਨੂੰ ਲੋਕ ਗੱਲਾਂ ਕਰਨਗੇ, ਤਾਨੇ ਵੀ ਮਾਰ ਸਕਦੇ ਆ, ਨਿਰਾਸ਼ ਕਰ ਸਕਦੇ ਆ, ਪਰ ਨਿਰਾਸ਼ ਨਹੀਂ ਹੋਣਾ। ਲੱਗੇ ਰਹੋ, ਲੱਗੇ ਰਹੋ। ਨੂਹ ਜਦੋਂ ਕਿਸ਼ਤੀ ਬਣਾਉਂਦਾ ਸੀ, ਨੂਹ ਕੋ ਵਚਨ ਆਇਆ ਸੀ ਕਿਸ਼ਤੀ ਬਣਾਏ ਤੇ ਜਲ ਪਰਦੋ ਆਉਣੀ, ਤੇ ਉਹ ਜਦੋਂ ਕਿਸ਼ਤੀ ਬਣਾਉਂਦਾ ਸੀ ਉਹ ਜਲ ਪਰਦੋ ਆਉਣ ਤੇ ਨਹੀਂ ਕਿਸ਼ਤੀ ਬਣਾਉਂਦਾ ਸੀ, ਉਹ ਪਹਿਲਾਂ ਬਣਾ ਰਿਹਾ ਸੀ। ਧੁੱਪ ਚੜੀ ਸੀ ਤੇ ਲੋਕਾਂ ਨੂੰ ਕਹਿੰਦਾ ਸੀ ਮੀਂਹ ਆ ਜਾਣਾ, ਹੜ੍ਹ ਆ ਜਾਣਾ, ਜਲ ਪਰਦੋ ਆ ਜਾਣੀ, ਬਚ ਜਾਓ। ਤੇ ਲੋਕ ਕਹਿੰਦੇ ਸੀ ਇਹ ਕਲੇਸ਼ਦਾਈ ਹੋ ਗਿਆ ਹੈ, ਸੂਰਜ ਚੜਿਆ ਗਿਆ, ਮੀਂਹ ਆ ਗਿਆ। ਪਰ ਉਹ ਆਪਣੇ ਪਰਮੇਸ਼ਰ ਦੇ ਦਿੱਤੇ ਵਚਨਾਂ ਦੇ ਨਾਲ ਕੰਮ ਕਰਦਾ ਰਿਹਾ। ਉਹ ਬਣਾਉਂਦਾ ਰਿਹਾ, ਬਣਾਉਂਦਾ ਰਿਹਾ, ਬਣਾਉਂਦਾ ਰਿਹਾ। ਲੋਕ ਮਿਹਣੇ ਮਾਰਦੇ ਰਹੇ, ਲੋਕ ਤਾਨੇ ਮਾਰਦੇ ਰਹੇ, ਲੋਕ ਉਹਨੂੰ ਸ਼ੁਦਾਈ ਕਹਿੰਦੇ ਹੋਣਗੇ, ਨੋ ਪ੍ਰੋਬਲਮ। ਉਹ ਦੱਸਦਾ ਰਿਹਾ, ਕਿਸੇ ਨੇ ਸੁਣੀ ਨਹੀਂ। ਪਰ ਪ੍ਰਭੂ ਨੇ ਲਾਸਟ ਵਿੱਚ ਕਿਹਾ, ਜਦੋਂ ਕਿਹਾ ਬਣ ਗਈ ਆ, ਉਹ ਕਹਿੰਦਾ ਆਪਣਾ ਪਰਿਵਾਰ ਲੈ ਕੇ ਤਾਂ ਜਾਨਵਰਾਂ ਦਾ, ਜੀਵ ਜੰਤੂਆਂ ਦਾ ਜੋੜਾ ਜੋੜਾ ਲੈ ਕੇ ਅੰਦਰ ਜਾਓ ਤੇ ਜਲ ਪਰਦੋ ਆ ਗਿਆ। ਜਿਹਨੇ ਵਚਨ ਸੁਣਿਆ ਉਹ ਬਚ ਗਿਆ, ਜਿਹਨੇ ਨਹੀਂ ਸੁਣਿਆ ਉਹ ਚਲੇ ਗਿਆ। ਤੁਹਾਨੂੰ ਨਿਰਾਸ਼ਾ ਦੇ ਸ਼ਬਦ ਲੋਕ ਕਹਿ ਸਕਦੇ ਆ, ਤੁਹਾਨੂੰ ਤਾਨੇ ਮਿਹਣੇ ਸੁਣਨੇ ਪੈ ਸਕਦੇ ਆ, ਪਰ ਲੱਗੇ ਰਹੋ ਆਪਣੀ ਧੁਨ ਵਿੱਚ, ਖੁਦਾ ਦੇ ਕੇ ਦੁਆ ਕਰਦੇ ਰਹੋ। ਤੁਹਾਡੀਆਂ ਦੁਆਵਾਂ ਸੁਣ ਕੇ ਖੁਦਾ ਉੱਤਰ ਦਊਗਾ। ਬੋਲੋ ਹਾਲੇਲੂਇਆ। ਅੱਜ ਤੁਸੀਂ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਛੋਟਾ ਸਮਝਦੇ ਆ, ਸਮਝਣ ਦੀ ਲੋੜ ਨਹੀਂ ਆ। ਤੁਹਾਨੂੰ ਖੁਦਾ ਨੇ ਆਪਣੇ ਲਹੂ ਨਾਲ ਖਰੀਦਿਆ। ਇੱਕ ਦਿਨ ਖੁਦਾ ਤੁਹਾਨੂੰ ਪਤਵੰਤਿਆਂ ਵਿੱਚ ਬਿਠਾਊਗਾ। ਬੋਲੋ ਹਾਲੇਲੂਇਆ। ਲਿਖਿਆ ਨਾ ਕਲਾਮ ਵਿੱਚ, ਉਹ ਰੂੜੀ ਤੋਂ ਚੁੱਕ ਕੇ, ਬਾਬਾ ਜੀ ਲਿਖਿਆ ਕਿੱਥੋਂ ਚੁੱਕਦਾ? ਰੂੜੀ ਤੋਂ ਚੁੱਕ ਕੇ ਤੇ ਸਾਨੂੰ ਬਿਠਾਉਣਾ ਖੁਦਾ ਨੇ। ਬੋਲੋ ਹਾਲੇਲੂਇਆ। ਨਿਰਾਸ਼ ਨਾ ਹੋਵੋ, ਤੁਹਾਡੇ ਲਈ ਖੁਦਾ ਨੇ ਵਾਅਦਾ ਕੀਤਾ ਹੈ। ਖੁਦਾ ਨੇ ਤੁਹਾਨੂੰ ਹੀ ਉੱਚਾ ਚੁੱਕਣਾ ਹੈ। ਖੁਦਾ ਨੇ ਤੁਹਾਡੇ ਘਰ ਦੀ ਹਾਲਾਤ ਬਦਲਣੀ ਹੈ। ਖੁਦਾ ਨੇ ਤੁਹਾਨੂੰ ਹੀ ਬਰਕਤ ਦੇਣੀ ਹੈ। ਪ੍ਰੇ 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 ਪ੍ਰੇ, ਹਰ ਰੋਜ਼ ਪ੍ਰੇਅਰ ਕਰੋ। ਪਰਮੇਸ਼ਰ ਤੁਹਾਡੀ ਦੁਆ ਨੂੰ ਸੁਣ ਕੇ ਉੱਤਰ ਦੇਊਗਾ। ਖੁਦਾ ਤੁਹਾਨੂੰ ਵੱਡੀ ਬਰਕਤ। ਆइए अपनी अखा बंद करा और प्रार्थना करा। हालेलुया।